ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਬੜੇ ਪਵਿੱਤਰ ਅਤੇ ਮਾਣਮੱਤੇ ਦਿਨਾਂ ਵਿੱਚ ਮਿਲ ਰਹੇ ਹਾਂ। ਸਿੰਘੂ ਟੀਕਰੀ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਏ ਹਨ ਅਤੇ ਹੁਣ 8 ਮਾਰਚ ਨੂੰ ਔਰਤਾਂ ਦਾ ਅੰਤਰਰਾਸ਼ਟਰੀ ਦਿਹਾੜਾ ਹੁੰਦਾ, ਇੰਟਰਨੈਸ਼ਨਲ ਵਿਮਨਸ ਡੇ। ਕਿਸਾਨ ਅੰਦੋਲਨ ਵਿੱਚ ਔਰਤਾਂ ਨੇ, ਸਧਾਰਨ ਕਿਸਾਨ ਮਜ਼ਦੂਰ ਔਰਤਾਂ ਨੇ, ਨੌਜਵਾਨ ਪੜ੍ਹੀਆਂ ਲਿਖੀਆਂ ਕੁੜੀਆਂ ਨੇ, ਬਜ਼ੁਰਗ ਮਾਵਾਂ ਨੇ, ਵਿਮਨ ਐਕਟਿਵਿਸਟਾਂ ਨੇ ਜਿਹੜਾ ਰੋਲ ਨਿਭਾਇਆ ਹੈ ਉਹਦੇ ਸੋਲੇ ਤਾਂ ਦੁਨੀਆ ਗਾ ਰਹੀ ਹੈ। ਪਰ ਅੰਦੋਲਨ ਦੀਆਂ ਸਫਾਂ ਦੇ ਅੰਦਰ ਹੀ ਜਿਹੜਾ ਇੱਕ ਹੋਰ ਅੰਦੋਲਨ ਵਿੱਢ ਦਿੱਤਾ ਇਹਨਾਂ ਕੀ ਕਹੀਏ ਇਹਨਾਂ ਨੂੰ ਅੰਦੋਲਨੀ ਔਰਤਾਂ ਨੇ, ਉਹਨੂੰ ਸਿਜਦਾ ਹੋਣ ਦਾ ਚਿੱਤ ਕਰਦਾ। ਖੇਤੀ ਬਿੱਲਾਂ ਵਿਰੁੱਧ ਅੰਦੋਲਨ ਪਿਤਰੀ ਸੱਤਾ ਵਿਰੁੱਧ ਅਖਾੜਾ ਵੀ ਬਣ ਰਿਹਾ। ਇੱਕ ਤਾਂ ਬੈਰੀਕੇਡਾਂ ਪੁੱਟ ਕੇ ਅਸੀਂ ਵਿਰੋਧ ਕਰਨ ਗਏ ਸਾਂ ਕਿ ਸਾਨੂੰ ਫਿਰ ਕੋਈ ਬਸਤੀਵਾਦੀ ਨਿਜ਼ਾਮ ਹੀ ਨਾ ਬਣਾ ਛੱਡੇ, ਸਾਡੇ ਕਿਸਾਨ ਮਜ਼ਦੂਰ ਸਰਮਾਏਦਾਰਾਂ ਵੱਡੇ ਧਨਾਡਾਂ ਦੇ ਗੁਲਾਮ ਨਾ ਬਣ ਜਾਣ। ਫਿਰ ਜਦੋਂ ਔਰਤਾਂ ਨੇ ਅੰਦੋਲਨ ਦੇ ਅੰਦਰ ਹੀ ਅੰਦੋਲਨ ਮੰਗਾਇਆ ਤਾਂ ਇਹ ਜੱਗ ਜ਼ਾਹਿਰ ਕੀਤਾ, ਰੋਸ਼ਨ ਕੀਤਾ ਕਿ ਕਿਵੇਂ ਅਸੀਂ ਆਪ ਦਹਾਕਿਆਂ ਤੋਂ ਔਰਤਾਂ ਨੂੰ ਬਸਤੀਵਾਦੀ ਨਿਜ਼ਾਮ ਥੱਲੇ ਰੱਖਿਆ ਹੋਇਆ, ਆਪਣੇ ਹੀ ਘਰਾਂ ਵਿੱਚ, ਆਪਣੇ ਸ਼ਹਿਰਾਂ ਪਿੰਡਾਂ ਵਿੱਚ। ਕਿਸਾਨ ਅੰਦੋਲਨ ਨੇ ਬਹੁਤ ਕੁਝ ਬਦਲਿਆ ਤੇ ਇਹਨੇ ਫਿਰ ਸਾਨੂੰ ਵੀ ਤਾਂ ਬਦਲਣਾ ਸੀ, ਸਾਡੇ ਅੰਦਰਲਾ ਕੂੜ ਵੀ ਸਾਫ਼ ਕਰਨਾ ਸੀ। ਅੱਜ ਸ਼ੁਭ ਘੜੀ ਹੈ, ਕਿਸਾਨ ਅੰਦੋਲਨ ਅਤੇ ਔਰਤਾਂ ਦਾ ਅੰਤਰਰਾਸ਼ਟਰੀ ਦਿਹਾੜਾ ਆਣ ਮਿਲੇ ਹਨ। ਇਸ ਲਈ ਆਓ ਕੁਝ ਨਵੀਆਂ ਬਹਿਸਾਂ ਨੂੰ ਮਿਲੀਏ, ਕੁਝ ਪੁਰਾਣੀਆਂ ਦੇ ਸਨਮੁਖ ਹੋਈਏ। ਜਿੱਥੋਂ ਕਿਨਾਰਾਕਸ਼ੀ ਕੀਤੀ ਬੈਠੇ ਸਾਂ ਤੇ ਜਾਗਦੀਆਂ ਔਰਤਾਂ ਮਰਦਾਂ ਨੇ ਹੁਣ ਰੰਗੇ ਹੱਥੀਂ ਸਾਨੂੰ ਆਣ ਫੜਿਆ। ਸਾਡੇ ਨਾਲ ਇਸ ਚਰਚਾ ਵਿੱਚ ਜੁੜ ਰਹੇ ਨੇ ਨਵਪ੍ਰੀਤ ਕੌਰ ਜੀ, ਜਿਹੜੇ ਫੈਮਿਨਿਸਟ ਪੋਲੀਟਿਕਸ ਨੂੰ ਤੇ ਫੈਮਿਨਿਜ਼ਮ ਦੀ ਪੋਲੀਟਿਕਸ ਨੂੰ ਨੇੜਿਓਂ ਪੜ੍ਹਦੇ ਨੇ, ਨਜਿੱਠਦੇ ਨੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਅਧਿਆਪਨ ਦੇ ਨਾਲ ਜੁੜੇ ਹੋਏ ਨੇ। ਸ਼ਹਿਰ ਨੂੰ ਸਟੱਡੀ ਕੀਤਾ ਤੇ ਜ਼ਾਹਿਰ ਹੈ ਜੇ ਸ਼ਹਿਰ ਨੂੰ ਸਟੱਡੀ ਕੀਤਾ ਤਾਂ ਫਿਰ ਸ਼ਹਿਰ ਤੇ ਪਿੰਡ ਦੋਨਾਂ ਦੀ ਕਨਫਲਿਕਟ ਨੂੰ ਤੇ ਉਹਨਾਂ ਦੇ ਵਿਚਲੀ ਜਿਹੜੀ ਕੰਟੈਸਟਡ ਸਪੇਸ ਹੈ ਉਸ ਨੂੰ ਸਟੱਡੀ ਕੀਤਾ। ਸਾਡੇ ਨਾਲ ਜੁੜ ਰਹੇ ਨੇ ਸਰਬਜੀਤ ਕੌਰ ਜੀ। ਸਰਬਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਿਸਰਚ ਫੈਲੋ ਨੇ। ਯੂਨੀਵਰਸਿਟੀ ਦੇ ਵਿੱਚ ਮੈਂ ਇਹਨਾਂ ਨੂੰ ਵਿਦਿਆਰਥੀ ਦਿਨਾਂ ਦੇ ਵਿੱਚ ਪੜ੍ਹਦੇ, ਲਿਖਦੇ, ਸੋਚਦੇ, ਚਿੰਤਨ ਕਰਦੇ ਤੇ ਲੜਦੇ, ਘੋਲ ਕਰਦੇ ਵਿਦਿਆਰਥੀਆਂ ਦੇ ਵਿੱਚੋਂ ਦੇਖਿਆ। ਨਵਪ੍ਰੀਤ ਜੀ, ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਾਰੇ ਬਹੁਤ ਕੁਝ ਕਿਆ ਲਿਖਿਆ ਜਾ ਰਿਹਾ ਹੈ, ਇਹਦੇ ਸੋਲੇ ਗਾਏ ਜਾ ਰਹੇ ਨੇ। ਕੁਝ ਸਵਾਲ ਕਿਉਂਕਿ ਜੇ ਦਿਹਾੜਾ ਇਹੋ ਜਿਹਾ ਤਾਂ ਫਿਰ ਪੁੱਛ ਲੈਣੇ ਚਾਹੀਦੇ ਨੇ ਕਿ ਇਹ ਵੀ ਕੋਈ ਇੱਕ ਡੈਮੋਗ੍ਰਾਫਿਕ ਆਈਡੈਂਟੀਟੀ ਹੁੰਦੀ ਹੈ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਨੇ, ਕਿਉਂਕਿ ਤਾਂ ਫਿਰ ਆਦਮੀ ਵੀ ਨੇ, ਕਿ ਕੇਵਲ ਦੋ ਡੈਮੋਗ੍ਰਾਫਿਕ ਆਈਡੈਂਟੀਟੀਜ਼ ਤਾਂ ਹੋ ਨਹੀਂ ਸਕਦੀਆਂ। ਧਨਾੜ ਔਰਤਾਂ ਨੇ, ਫੋਰਚੂਨਰ ਤੇ ਗਈਆਂ ਔਰਤਾਂ ਨੇ, ਜਿਹੜੀਆਂ ਫੇਸਬੁੱਕ ਦੇ ਉੱਤੇ ਕੋਈ ਸੋਹਣਾ ਜਿਹਾ ਗਰੁੱਪ ਬਣਾ ਕੇ 2-4 ਵੀਡੀਓ ਐਡੀਟਰ ਰੱਖ ਕੇ ਇੱਕ ਆਡਾ ਲਾਈ ਬੈਠੀਆਂ ਨੇ, ਇੱਕ ਔਰਤਾਂ ਨੇ। ਇੱਕ ਬੇਜ਼ਮੀਨੇ ਮਜ਼ਦੂਰ ਔਰਤਾਂ ਵੀ ਨੇ, ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਉਹ ਔਰਤਾਂ ਨੇ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ ਤੇ ਉਹ ਵੀ ਉਸ ਜੰਗ ਦਾ ਹਿੱਸਾ ਨੇ। ਇਹ ਜਿਹੜੀ ਅੰਦੋਲਨ ਦੀ ਜਿਹੜਾ ਨੈਰੇਟਿਵ ਬਣ ਰਿਹਾ, ਜਿਹੜਾ ਡਿਸਕੋਰਸ ਬਣੇਗਾ ਕੱਲ੍ਹ ਨੂੰ, ਇਹਦੀ ਜਿਹੜੀ ਕਥਾ ਕਹੀ ਜਾਏਗੀ ਉਹ ਕਿਸ ਔਰਤ ਦੇ ਪਰਸਪੈਕਟਿਵ ਤੋਂ ਕਹੀ ਜਾਏਗੀ? ਕਿ ਇਹ ਕਥਾਨਕ ਆਪਸ ਵਿੱਚ ਇੱਕ ਦੂਜੇ ਨਾਲ ਭਿੜਨਗੇ? ਕਿ ਇਹ ਇੱਕ ਔਰਤਾਂ ਦਾ ਕਥਾਨਕ ਹੋਵੇਗਾ? ਇਹਦੀ ਓਨਰਸ਼ਿਪ ਕੌਣ ਲਵੇਗਾ? ਕਿ ਉਹਨਾਂ ਔਰਤਾਂ ਦੇ ਵਿੱਚ ਆਪਸ ਦੇ ਵਿੱਚ ਵੀ ਕੰਟੈਸਟਸ ਨੇ, ਕਨਫਲਿਕਟਸ ਨੇ? ਇਹ ਇੱਕ ਦੂਜੇ ਦੇ ਖਿਲਾਫ ਮੋਰਚਾਬੰਦੀ ਵਾਲੀਆਂ ਔਰਤਾਂ ਵੀ ਨੇ ਜਿਨ੍ਹਾਂ ਨੂੰ ਅੱਜ ਕੋਈ ਦੁਸ਼ਮਣ ਲੱਗਾ ਤਾਂ ਉੱਥੇ ਉਹਨਾਂ ਨੇ ਸਾਂਝਾ ਮੋਰਚਾ ਲਾਇਆ ਹੋਇਆ। ਹਾਊ ਡੂ ਯੂ ਸੀ ਆਲ ਆਫ ਦਿਸ? ਮੈਨੂੰ ਇੱਦਾਂ ਲੱਗਦਾ ਕਿ ਇਸ ਗੱਲ ਨੂੰ ਤੁਸੀਂ ਕਿਸਾਨ ਅੰਦੋਲਨ ਤੋਂ ਸ਼ੁਰੂ ਕਰ ਰਹੇ ਹੋ ਜੀ। ਬਹੁਤ ਜ਼ਰੂਰੀ ਹੈ। 90 ਦੇ ਵਿੱਚ ਜਦੋਂ ਬਾਬਰੀ ਮਸਜਿਦ ਦਾ ਮੁੱਦਾ ਸੀ ਤਾਂ ਉਦੋਂ ਔਰਤ ਜਿਹੜੀ ਹੈ ਉਹ ਐਜ਼ ਅ ਪੋਲੀਟੀਕਲ ਐਕਟਰ ਪੋਲੀਟੀਕਲ ਸਪੇਸ ਦੇ ਵਿੱਚ ਆਉਂਦੀ ਹੈ, ਪੋਲੀਟੀਕਲ ਸਵਾਲ ਚੁੱਕਦੀ ਹੈ ਤੇ ਖੜੀ ਹੁੰਦੀ ਹੈ ਉੱਥੇ, ਤੇ ਉਹ ਕਹਿੰਦੀ ਹੈ ਮੈਂ ਇੱਕ ਪੋਲੀਟੀਕਲ ਬੀਇੰਗ ਆ। ਤੇ ਉਹ ਪਰ ਕਿੱਥੇ ਖੜੀ ਸੀ? ਹਿੰਦੂ ਹੋਣ ਦੀ ਗੱਲ ਕਰ ਰਹੀ ਸੀ। ਇੱਕ ਮਿੰਟ, ਐਸਪੀ ਜੀ, ਨਹੀਂ ਮੈਂ ਬਹੁਤ ਸਾਰੀਆਂ ਹੋਰ ਔਰਤਾਂ ਨੂੰ ਵੀ ਕਰ ਰਹੀ ਹਾਂ, ਉਹ ਸਿਰਫ ਰਿਪਰੈਜ਼ੈਂਟੇਟਿਵ ਸੀ। ਤੇ ਅੱਜ ਮੈਂ ਇਹ ਕਹਾਂਗੀ ਕਿ ਅੱਜ ਫਿਰ ਔਰਤ ਜੋ ਹੈ ਉਹ ਐਜ਼ ਅ ਪੋਲੀਟੀਕਲ ਬੀਇੰਗ, ਐਜ਼ ਅ ਪੋਲੀਟੀਕਲ ਐਕਟਰ, ਪੋਲੀਟਿਕਸ ਕਿਵੇਂ ਹੈ, ਕਿਵੇਂ ਹੋਣੀ ਚਾਹੀਦੀ ਹੈ, ਉਹਦੇ ਸਵਾਲਾਂ ਨੂੰ ਉਹਦੇ ਸਵਾਲਾਂ ਦੇ ਨਾਲ ਆਪਣੇ ਆਪ ਨੂੰ ਜੋੜਦੇ ਹੋਏ ਨੇ, ਉਹਦੇ ਸਵਾਲਾਂ ਦਾ ਹਿੱਸਾ ਬਣਦੀ ਹੋਈ ਜਾਂ ਉਹ ਸਵਾਲ ਚੱਕਦੀ ਹੋਈ ਖੜੀ ਹੈ ਪਬਲਿਕ ਸਪੇਸ ਦੇ ਵਿੱਚ, ਪੋਲੀਟੀਕਲ ਸਪੇਸ ਦੇ ਵਿੱਚ, ਤੇ ਉਸ ਪੋਲੀਟੀਕਲ ਸਪੇਸ ਨੂੰ ਉਹ ਓਨ ਕਰ ਰਹੀ ਹੈ। ਉਹ ਕਹਿ ਰਹੀ ਹੈ ਇਹ ਪੋਲੀਟੀਕਲ ਸਪੇਸ ਮੇਰੀ ਹੈ, ਇੱਥੇ ਮੈਂ ਆਪਣਾ ਸਵਾਲ ਚੱਕਾਂਗੀ। ਇਹ ਸਵਾਲ ਜਿਸ ਕਿਸਾਨ ਨੂੰ ਤੁਸੀਂ ਸੋਚਦੇ ਹੋ ਮਰਦ ਕਿਸਾਨ ਹੈ, ਉਹਨੂੰ ਉਹ ਬਿਲਕੁਲ ਪਾਸੇ ਕਰਕੇ
ਫਿਰ ਆਪਣਾ ਸਵਾਲ ਲੈ ਕੇ ਆ ਰਹੀ ਹੈ। ਸੋ ਇੱਥੇ ਅਸੀਂ ਜਿਹੜੀਆਂ ਤੁਸੀਂ ਕਿਹਾ ਫੋਰਚੂਨਰ ਦੀਆਂ ਔਰਤਾਂ, ਫੋਰਚੂਨਰਸ ਦੇ ਵਿੱਚ ਉਹਨਾਂ ਨੂੰ ਵੀ ਜਾਣਾ ਚਾਹੀਦਾ, ਕਿਉਂ ਨਹੀਂ ਜਾਣਾ ਚਾਹੀਦਾ? ਨਹੀਂ, ਇੱਕ ਮਿੰਟ, ਧਨਾਢ ਔਰਤਾਂ ਨੇ, ਮਜ਼ਦੂਰ ਔਰਤਾਂ ਨੇ, ਹਰ ਤਰ੍ਹਾਂ ਦੀਆਂ ਔਰਤਾਂ ਉਹਦੇ ਵਿੱਚ ਸ਼ਾਮਿਲ ਨੇ। ਮੈਨੂੰ ਇੱਦਾਂ ਲੱਗਦਾ ਕਿ ਕਿਸਾਨ ਅੰਦੋਲਨ ਨੇ ਔਰਤ ਨੂੰ, ਜਾਂ ਔਰਤਾਂ ਨੇ ਕਿਸਾਨ ਅੰਦੋਲਨ ਦੇ ਰੂਬਰੂ ਹੋ ਕੇ ਇਹ ਸਵਾਲ ਚੁੱਕਿਆ ਕਿ ਅਸੀਂ ਕਿੱਥੇ ਖੜੀਆਂ ਹਾਂ, ਪੋਲੀਟੀਕਲੀ ਅਸੀਂ ਕਿੱਥੇ ਖੜੀਆਂ ਹਾਂ। ਅਸੀਂ ਇਸ ਦਾ ਜਵਾਬ ਆਪਣੇ ਆਪ ਨੂੰ ਵੀ ਦੇਣਾ ਹੈ, ਨਾਲ ਵਾਲਿਆਂ ਨੂੰ ਵੀ ਦੇਣਾ ਹੈ, ਆਪਣੀਆਂ ਨਾਲ ਦੀਆਂ ਔਰਤਾਂ ਨੂੰ ਵੀ ਦੇਣਾ। ਅਸੀਂ ਇੱਕ ਦੂਜੇ ਨੂੰ ਇਹ ਸਵਾਲ ਪੁੱਛਣੇ ਨੇ। ਸੋ ਫਿਰ ਉੱਥੋਂ ਅੰਦਰਲੀ ਜਿਹੜੀ ਪੋਲਿਟਿਕਸ ਹੈ, ਭਾਵੇਂ ਉਹ ਕਲਾਸ ਦੀ ਹੋਏ ਔਰਤਾਂ ਦੇ ਵਿੱਚੋਂ ਹੀ, ਭਾਵੇਂ ਉਹ ਜਾਤ ਦੀ ਪੋਲਿਟਿਕਸ ਹੋਏ, ਭਾਵੇਂ ਉਹ ਰਿਲੀਜਨ ਦੀ ਪੋਲਿਟਿਕਸ ਹੋਏ, ਸੋ ਉਹ ਸਾਰੇ ਸਵਾਲ ਜਿਹੜੇ ਨੇ ਉਹ ਉਹਦੇ ਅੰਦਰੋਂ ਹੋਰ ਚੁੱਕੇ ਜਾਣਗੇ ਤੇ ਚੁੱਕੇ ਗਏ ਵੀ ਨੇ। ਕਿਸਾਨ ਅੰਦੋਲਨ ਦੇ ਵਿੱਚ ਵੀ ਚੁੱਕੇ ਗਏ ਨੇ, ਜਿੱਥੇ ਔਰਤਾਂ ਇੱਕ ਦੂਸਰੇ ਨੂੰ ਇਹ ਸਵਾਲ ਕਰ ਰਹੀਆਂ ਨੇ ਕਿ ਉਹ ਜਿਹੜਾ ਲਾਲ ਕਿਲੇ ਦੇ ਉੱਤੇ ਝੰਡਾ ਫਹਿਰਾਇਆ ਗਿਆ ਸੀ, ਉਹਦੇ ਰੰਗ ਦੇ ਨਾਲ ਮੈਂ ਕਿਤੇ ਮੇਰੀ ਸੋਚ ਦਾ ਰੰਗ ਮਿਲਦਾ ਹੈ ਉਹਦੇ ਨਾਲ ਜਾਂ ਨਹੀਂ ਮਿਲਦਾ ਹੈ। ਸੋ ਇਹ ਜਿਹੜੀਆਂ ਗੱਲਾਂ ਨੇ, ਮੈਨੂੰ ਲੱਗਦਾ ਬਹੁਤ ਸਾਰੇ ਸਵਾਲ ਲਗਾਤਾਰ ਕਿਸਾਨ ਅੰਦੋਲਨ ਦੇ ਰੂਬਰੂ, ਮੈਂ ਨਹੀਂ ਕਹਾਂਗੀ ਰੂਬਰੂ ਐਦਾਂ ਜਿਵੇਂ ਤੁਸੀਂ ਬਾਹਰ ਖੜੇ ਹੋ ਕੇ ਗੱਲ ਕਰ ਰਹੇ ਹੋ, ਬਟ ਹਿੱਸਾ ਹੋ ਕੇ ਸਵਾਲ ਜਿਹੜੇ ਨੇ। ਬਟ ਔਰਤ ਡੈਫੀਨੇਟਲੀ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ, that as a political being, as a political actor, she has come on the center stage. She is saying that yes, politics here is I not, am, here I am. It's something which is all about citizenship also. In the age of capital, ਪੂੰਜੀ ਦੇ ਯੁੱਗ ਦੇ ਵਿੱਚ ਉਹ ਨਾਗਰਿਕਤਾ ਦੇ ਸਵਾਲ, ਸੰਪੂਰਨ ਨਾਗਰਿਕ ਸਾਹਮਣੇ ਹੋਣਾ ਚਾਹੀਦਾ ਹੈ। ਸ਼ਹੀਨ ਦੀਆਂ ਔਰਤਾਂ ਨੇ ਅਲੱਗ ਤਰੀਕੇ ਨਾਲ ਨਾਗਰਿਕਤਾ ਦੇ ਸਵਾਲ ਉਠਾਏ ਸੀ। ਸੰਪੂਰਨ ਨਾਗਰਿਕ ਜਿਹੜੇ ਨੇ ਹਿੰਦੁਸਤਾਨ ਦੀ ਰਾਜ ਸੱਤਾ ਨੂੰ ਵੀ ਕੁਐਸਚਨ ਕਰ ਰਹੀਆਂ ਨੇ, ਤੇ ਜਿਹੜੀ ਸੱਤਾ ਅਸੀਂ ਪਿਤਰੀ ਸੱਤਾ ਆਪਣੇ ਸਮਾਜ ਵਿੱਚ ਬਣਾ ਰੱਖੀ ਹੈ ਉਹ ਤੇ ਵੀ ਕੁਐਸਚਨ ਕਰ ਰਹੀਆਂ ਨੇ। ਉੱਤੇ ਵੀ ਕੁਐਸਚਨ ਕਰ ਰਹੀ ਹੈ। ਤੇ ਜਿਹੜੇ IMF ਵਰਗੇ ਇੰਸਟੀਟਿਊਸ਼ਨਸ ਨੇ ਜਿਹੜੇ ਕਹਿੰਦੇ ਨੇ ਤੁਸੀਂ ਕੱਟ ਕਰ ਦਿਓ ਸਾਰੇ ਸੋਸ਼ਲ ਸਿਕਿਉਰਿਟੀ ਮੈਜਰਸ, ਤੇ ਉਸ ਤੋਂ ਬਾਅਦ ਆਪਣੀ ਖੇਤੀ ਔਰ ਇਹ ਸਾਰੇ, ਕਿਉਂਕਿ ਏਜੰਡਾ ਬਹੁਤ ਉੱਤੋਂ ਆ ਰਿਹਾ ਹੁੰਦਾ ਹੈ। ਏਜੰਡਾ ਸਿਰਫ ਇੱਥੋਂ ਨਹੀਂ ਆ ਰਿਹਾ ਹੁੰਦਾ, ਨੈਸ਼ਨਲ ਡੋਮੈਸਟਿਕ ਪੋਲਿਟਿਕਸ ਚੋਂ ਹੀ ਨਹੀਂ ਆ ਰਿਹਾ ਹੁੰਦਾ, ਉੱਥੋਂ ਵੀ ਆ ਰਿਹਾ ਹੁੰਦਾ, ਬਟ ਇੰਟਰਨੈਸ਼ਨਲੀ ਵੀ ਆ ਰਿਹਾ ਹੁੰਦਾ। ਸੋ ਉੱਥੋਂ ਅੰਤ ਨੂੰ ਕਿਹਦੇ ਉੱਤੇ ਕਿਹਨੇ ਚੱਲਣਾ ਹੈ, ਉਹਦੀ ਮਾਰ ਕਿਹਨੇ ਚੱਲਣੀ ਹੈ ਪੂੰਜੀ ਦੀ, ਸੋ ਉੱਥੇ ਵੀ ਉਹ ਖੜੀ ਹੋ ਕੇ ਸਵਾਲ ਜੋ ਹੈ ਪੁੱਛ ਰਹੀ ਹੈ। ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਆ ਰਹੀਆਂ ਨੇ, ਐਂਡ ਵੂਮਨ ਐਜ਼ ਅ ਪੋਲੀਟੀਕਲ ਬੀਇੰਗ ਇਜ਼ ਨਾਓ ਔਨ ਦੀ ਸੈਂਟਰ ਸਟੇਜ। ਐਸੇ ਇੰਟਰਸਟਿੰਗ ਸਰਜੀਤ, ਅਸੀਂ ਜਦੋਂ ਵੀ ਔਰਤਾਂ ਦੇ ਮਸਲਿਆਂ ਬਾਰੇ ਟੀਵੀ ਦੇ ਉੱਤੇ ਗੱਲਬਾਤ ਵਿੱਚ ਅਕਸਰ ਔਰਤ ਪੈਨਲਿਸਟ ਹੁੰਦੀਆਂ ਨੇ। ਇੱਕ ਪ੍ਰਿਜ਼ਨ ਅਸੀਂ ਬਣਾਈ ਹੋਈ, ਇੱਕ ਜੇਲ੍ਹ ਬਣਾਈ ਹੋਈ ਹੈ ਕਿ ਵਿਮਨਸ ਇਸ਼ੂਜ਼ ਦੀ ਇਹ ਜੇਲ੍ਹ ਹੈ, ਇਹ ਵਾਲੇ ਵਿਮਨ ਇਸ਼ੂਜ਼ ਹੁੰਦੇ ਨੇ। ਇੱਕ ਤਾਂ ਕਿਸਾਨ ਅੰਦੋਲਨ ਨੇ ਪੰਜਾਬ ਦੇ ਵਿੱਚ, ਬਾਕੀ ਜਗ੍ਹਾ ਤੇ ਤਾਂ ਪਹਿਲਾਂ ਵੀ ਟੁੱਟਿਆ ਹੀ ਹੈ, ਚਿਪਕੋ ਮੂਵਮੈਂਟ ਵੇਲੇ ਵੀ ਅਸੀਂ ਦੇਖਿਆ, ਅਜੇ ਕਿ ਚਿਪਕੋ ਤਾਂ 70s ਦੀ ਸੀਗੀ, ਉਸ ਤੋਂ ਬਾਅਦ ਵੀ ਜਿਹੜੇ ਤਾਮਿਲਨਾਡੂ ਵਾਲੇ ਉਹ ਕੋਡਨਕੁਲਮ ਦੇ ਪ੍ਰੋਟੈਸਟ ਸੀਗੇ, ਕੁਡਮਸ਼ੀਰੀ ਦੀ ਜਿਹੜੀ ਮੂਵਮੈਂਟ ਹੈ ਕੋਆਪਰੇਟਿਵ ਕੇਰਲਾ ਦੀ, ਹੁਣ ਤੋਂ ਬਹੁਤ ਸਟਰੋਂਗ ਹੈ। ਫਿਰ ਭੋਪਾਲ ਡਿਜ਼ਾਸਟਰ ਦੇ ਵੇਲੇ ਵੀ ਮੈਂ ਦੇਖਿਆ ਕਿ ਜਿਹੜੀਆਂ ਔਰਤਾਂ ਨੇ ਉੱਥੇ ਲੀਡਰਸ਼ਿਪ ਬਹੁਤ ਜ਼ਬਰਦਸਤ ਅੰਦੋਲਨ ਦੀ ਲਈ ਰੱਖੀ ਹੈ। ਪੰਜਾਬ ਦੇ ਵਿੱਚ ਇਸ ਖਿੱਤੇ ਦੇ ਵਿੱਚ ਆ ਕੇ ਜਿਹੜੀ ਉਹ ਵਿਮਨਸ ਇਸ਼ੂਜ਼ ਵਾਲੀ ਪ੍ਰਿਜ਼ਮ ਨੂੰ ਤੋੜ ਕੇ ਐਗਰੀਕਲਚਰ ਦੀ, ਇਹਨੂੰ ਪੰਜਾਬੀ ਚ ਕਿੱਦਾਂ ਕਹਾਂਗੇ, ਮੈਂ ਕਹਿਣਾ ਚਾਹ ਰਿਹਾ ਕਿ ਐਗਰੀਕਲਚਰ ਦੀ ਫੈਮਿਨਾਈਜੇਸ਼ਨ ਵੀ ਥੋੜੀ ਕੀਤੀ ਹੈ। ਨਵਪ੍ਰੀਤ ਕਹਿ ਰਹੇ ਸੀ ਕਿ ਜਦੋਂ ਤੁਸੀਂ ਕਿਸਾਨ ਦੀ ਗੱਲ ਕਰੋ ਨਾ, ਤੇ ਕਿਸਾਨ ਆਂਦਾ ਹੈ, ਕਿਸਾਨ ਜਾਂਦਾ ਹੈ, ਕਿਸਾਨ ਮਿਲਦਾ ਹੈ, ਕਿਸਾਨ ਖੇਤ ਵਿੱਚ ਜਾਂਦਾ ਹੈ, ਉਹ ਕਿਸਾਨ ਜਾਂਦੀ ਹੈ, ਕਿਸਾਨ ਮਿਲਦੀ ਹੈ, ਕਿਸਾਨ ਜਾਂਦੀ, ਇਹ ਤਾਂ ਹੁੰਦਾ ਹੀ ਨਹੀਂ ਹੈ ਨਾ। ਅਸੀਂ ਉਹਨੂੰ ਮੈਸਕੂਲਿਨ ਫਿਗਰ ਬਣਾਉਂਦੇ, ਜੇ ਬੱਚੇ ਨੂੰ ਕਹੀਏ ਕਿ ਕਿਸਾਨ ਦੀ ਫੋਟੋ ਬਣਾ, ਤੇ ਉਹ ਆਦਮੀ ਦੀ ਹੀ ਫੋਟੋ ਬਣਾਉਂਦਾ ਹੈ। ਔਰ ਪੀ ਸਾਈਨਾਥ ਉਤਸਾ ਪਟਨਾਇਕ ਸਾਨੂੰ ਸਮਝਾਉਂਦੇ ਆ, ਉਹਨਾਂ ਨੂੰ ਦਹਾਕੇ ਲਾਂਗੇ ਕਿ ਹਿੰਦੁਸਤਾਨ ਦਾ ਅਨਾਜ ਇਹਦਾ ਦਲਿਤ ਪ੍ਰੋਡਿਊਸ ਕਰਦਾ ਹੈ, ਇਹਦੀ ਔਰਤ ਪ੍ਰੋਡਿਊਸ ਕਰਦੀ ਹੈ, ਵੱਡਾ ਹਿੱਸਾ ਉਹਨਾਂ ਦਾ ਹੈ। ਹਾਊ ਡੂ ਯੂ ਸੀ ਦਿਸ? ਇਹ ਜਿਹੜੀ ਇੱਕ ਇਸ਼ੂਜ਼ ਦੀ ਅੱਗੇ ਵੱਧ ਕੇ ਓਨਰਸ਼ਿਪ ਲੈਣੀ, ਤੇ ਵਰਲਡ ਬੈਂਕ ਤੋਂ IMF ਤੋਂ ਲੈ ਕੇ ਤੇ ਤਿੰਨ ਖੇਤੀ ਬਿੱਲਾਂ ਤੱਕ ਤੇ ਘਰ ਦੇ ਵਿੱਚ ਪਿਤਰੀ ਸੱਤਾ ਤੱਕ ਹਰ ਕਿਸਮ ਦੇ ਵਡਾਂਗੇ ਦੀ ਮਾਰ ਜਿਹੜੀ ਔਰਤ ਸਹਿੰਦੀ ਹੈ, ਉਹ ਹੁਣ ਅੱਗੇ ਆਪ ਨਾਗਰਿਕ ਬਣ ਕੇ ਆ ਰਹੀ ਹੈ। ਹਾਊ ਡੂ ਯੂ ਸੀ ਦਿਸ? ਰੈਵੋਲੂਸ਼ਨ ਇਜ਼ ਆਲਰੇਡੀ ਹੇਅਰ ਕਹਿ ਸਕਦੇ ਆ, ਕੁਝ ਸ਼ਬਦਾਂ ਦੇ ਵਿੱਚ ਇਹਨੂੰ ਕਿਹਾ ਜਾ ਸਕਦਾ। ਇੱਥੇ ਮੈਂ ਇੱਕ ਗੱਲ ਨੂੰ ਜ਼ਰੂਰ ਕਹੂੰਗੀ ਪਹਿਲਾਂ ਕਿ ਦੇਖੋ, ਤੁਸੀਂ ਸਾਰਾ ਕੁਝ ਕਿਹਾ, ਇੱਕ ਮੇਲ ਜਦੋਂ ਲੜ ਰਿਹਾ ਹੁੰਦਾ ਜਾਂ ਮੇਲ ਦੀ ਆਰਗੇਨਾਈਜੇਸ਼ਨ ਯੂਨਿਟੀ 'ਚ ਜਦੋਂ ਲੜ ਰਿਹਾ ਹੁੰਦਾ ਤਾਂ ਉਹਦੀ ਆਈਡੀਓਲੋਜੀ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਜਾਂ ਉਹ ਖੁਦ ਆਪਣੀ ਆਈਡੀਓਲੋਜੀ ਨੂੰ ਓਨ ਕਰਦੇ ਨੇ। ਅਸੀਂ ਮਾਰਕਸਵਾਦੀ ਹਾਂ, ਅਸੀਂ ਖਾੜਕੂ ਹਾਂ, ਅਸੀਂ ਦਲਿਤਵਾਦੀ ਹਾਂ, ਅਸੀਂ ਅੰਬੇਦਕਰਾਇਸਟ ਹਾਂ, ਜੋ ਸੋ ਮੈਨੀ ਆਈਡੀਓਲੋਜੀਜ਼, ਠੀਕ ਹੈ। ਪਰ ਜਦੋਂ ਇੱਕ ਔਰਤ ਬੋਲਦੀ ਹੈ, ਉਹ ਕਿਸੇ ਵੀ ਤਬਕੇ ਦੀ ਹੋਵੇ, ਉਹਦੇ ਨਾਲ ਪਹਿਲਾਂ ਕੀ ਲੱਗਦਾ, ਇਹ ਨਾਰੀਵਾਦੀ ਹੈ, ਇਹ ਫੈਮਿਨਿਸਟ, ਠੀਕ ਹੈ। ਕੋਈ ਔਰਤ ਜਦੋਂ ਬੋਲੂਗੀ, ਮਤਲਬ ਕਿੰਨੀਆਂ ਔਰਤਾਂ ਨੇ ਪੰਜਾਬ ਦੇ ਵਿੱਚ, ਤੁਸੀਂ ਜਾਣਦੇ ਹੋ, ਮੈਂ ਨਿੱਜੀ ਤੌਰ ਤੇ ਜਾਣਦੀ ਹਾਂ, ਕਿਹੜੀ ਔਰਤ ਹੈ ਜਿਹੜੀ ਸਿਰਫ ਔਰਤ ਦੇ ਮਸਲਿਆਂ ਤੇ ਲੜ ਰਹੀ ਹੈ, ਦੂਸਰੇ ਮਸਲਿਆਂ ਤੇ ਨਹੀਂ ਬੋਲਦੀ। ਇਹ ਇੰਟਰਸਟਿੰਗ ਹੈ, ਠੀਕ ਹੈ। ਪਰ ਅਸੀਂ ਉਹਨੂੰ ਸਿਰਫ ਇੱਕ ਖਾਨੇ 'ਚ ਪਾ ਦਿੰਦੇ ਹਾਂ ਕਿ ਕਿਉਂਕਿ ਔਰਤ ਬੋਲ ਰਹੀ ਹੈ ਤਾਂ ਇਹ ਨਾਰੀਵਾਦੀ ਤਾਂ ਹੈ ਹੀ ਆ, ਹੈ ਨਾ। ਤਾਂ ਇੱਕ ਤਾਂ ਇਹ ਚੀਜ਼, ਇਸ ਚੀਜ਼ ਨੂੰ ਦਾ ਮਤਲਬ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨਾਰੀਵਾਦੀ ਜਾਂ ਇਹ ਸਾਰੀ ਚੀਜ਼ ਔਰਤ ਦਿਵਸ ਹੈ, ਜਦੋਂ ਤੁਸੀਂ ਉਹਦੇ ਤੇ ਇਹ ਜ਼ਿੰਮੇਵਾਰੀ ਪਾਤੀ, ਫਿਰ ਤਾਂ ਆਪਣੇ ਬਾਰੇ ਸੋਚੇਗੀ, ਆਪਣੇ ਨਾਲ ਦਿਆਂ ਬਾਰੇ ਸੋਚੇਗੀ। ਸ਼ਾਇਦ ਮੈਨੂੰ ਮਾਰਕਸਿਸਟ ਬਣ ਕੇ ਜ਼ਿਆਦਾ
ਠੀਕ ਲੱਗਦਾ ਹੋਵੇ। ਮੈਂ ਔਰਤਾਂ ਬਾਰੇ ਉਸ ਤਰ੍ਹਾਂ ਗੱਲ ਨਾ ਕਰਨਾ ਚਾਹੁੰਦੀ ਹਾਂ, ਮੈਂ ਪ੍ਰੋਲੇਤਾਰੀਆਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਵੱਡੇ ਪਰਸਪੈਕਟਿਵ ਦੇ ਵਿੱਚ ਗੱਲ ਕਰਨਾ ਚਾਹੁੰਦੀ ਹਾਂ, ਪਰ ਕਿਉਂਕਿ ਤੁਸੀਂ ਮੇਰੀ ਉੱਥੇ ਗੱਲ ਨੂੰ ਛੁਟਿਆਤਾ, ਉੱਥੇ ਮੇਰੇ ਤੋਂ ਵੱਡੇ ਲੀਡਰ ਤੁਹਾਡੇ ਕੋਲ ਹੋਰ ਨੇ ਉਹਨਾਂ ਮਸਲਿਆਂ ਤੇ ਗੱਲ ਕਰਨ ਦੇ ਲਈ, ਤੁਸੀਂ ਮੈਨੂੰ ਵਿਮਨ ਡੇ ਤੇ ਬੁਲਾਓਗੇ ਜਾਂ ਯੂਨੀਵਰਸਿਟੀ ਮਤਲਬ ਬਾਕੀ ਥਾਵਾਂ ਦੇ ਉੱਤੇ ਔਰਤ ਨੂੰ ਐਜ਼ ਅ ਥਿੰਕਰ ਬੁਲਾਇਆ ਜਾਊਗਾ ਜਿੱਥੇ ਔਰਤ ਦੇ ਮਸਲੇ ਨੇ। ਤੁਹਾਡੀ ਦੇ ਅੱਗੇ ਹੈ ਤੁਹਾਡੇ ਵਿਚਾਰਾਂ ਨਾਲੋਂ, ਤੁਹਾਡੀ ਸਮਝ ਨਾਲੋਂ, ਤੁਹਾਡੀ ਸਮਝ ਨੂੰ ਤੁਹਾਡੀ ਦੇ ਨਾਲ ਤੇ ਵਿੱਚੋਂ ਦੀ ਕਰਕੇ ਦੇਖਿਆ ਜਾਂਦਾ ਹੈ। ਜਦੋਂ ਇਹ ਜ਼ਿੰਮੇਵਾਰੀ ਪੈ ਜਾਂਦੀ ਹੈ ਤਾਂ ਇਸ ਜ਼ਿੰਮੇਵਾਰੀ ਨੂੰ ਹੁਣ ਪੰਜਾਬ ਦੀਆਂ ਔਰਤਾਂ ਬਾਖੂਬੀ ਨਿਭਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਜੇ ਮਸਲਾ ਇਹ ਹੈ ਤਾਂ ਫਿਰ ਹੁਣ ਸਾਨੂੰ ਸਾਰੀਆਂ ਥਾਵਾਂ ਤੇ ਬਰਾਬਰੀ ਚਾਹੀਦੀ ਹੈ। ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਜਿਹੜੀ ਅਸੀਂ ਉਹਦੇ ਵਿੱਚ ਉਹਨਾਂ ਨੇ, ਮੈਂ ਨਹੀਂ ਕਹੂੰਗੀ ਅਸੀਂ ਸਾਰਿਆਂ ਨੇ ਜਿਹੜੇ ਵੀ ਇਸ ਮਸਲੇ ਨੂੰ ਲੈ ਕੇ ਚੱਲਦੇ ਨੇ, ਖੂਬਸੂਰਤ ਗੱਲ ਇਹ ਹੋਈ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਨੇ ਗੱਲ ਕਿਹਾ ਕਿ ਵੱਡੇ ਮਸਲੇ ਨਾਲ ਨਾਲ ਚੱਲਣਗੇ, ਪਰ ਜਿਹੜੀ ਬਹੁਤ ਨੇੜੇ ਦੀ ਹਾਇਰਾਰਕੀ ਹੈ, ਬਹੁਤ ਨੇੜੇ ਦਾ ਦਮਨ ਹੈ, ਉਹਨਾਂ ਨੂੰ ਪਹਿਲੀ ਵਾਰ ਇੱਕ ਉਹ ਔਰਤ ਜਿਹੜੀ ਨੂੰ ਪਹਿਲਾਂ ਇਹ ਗੱਲ ਸਮਝ ਨਹੀਂ ਸੀ ਆਉਂਦੀ, ਹੁਣ ਉਹਨਾਂ ਨੂੰ ਉਹ ਸਮਝ ਆ ਰਹੀ ਹੈ। ਪਹਿਲਾਂ ਜਦੋਂ ਅਸੀਂ ਧਰਨੇ ਤੇ ਜਾਂਦੇ ਸੀ, ਕੋਈ ਗੱਲ ਕਰਦੇ ਸੀ, ਮੈਂ ਆਪਣੇ ਘਰ ਦੀ ਗੱਲ ਕਰਾਂ, ਨੇੜੇ ਤੇੜੇ ਦੀ ਗੱਲ ਕਰਾਂ, ਤਾਂ ਉਹਨੂੰ ਲੱਗਦਾ ਸੀ ਇਹ ਕਿਹੜੀਆਂ ਔਰਤਾਂ ਨੇ ਜਿਹੜੀਆਂ ਹੱਕਾਂ ਹੁੱਕਾਂ ਦੀ ਗੱਲ ਕਰਦੀਆਂ ਨੇ, ਸਾਨੂੰ ਤਾਂ ਬਰਾਬਰੀ ਮਿਲੀ ਹੋਈ ਹੈ, ਅਸੀਂ ਤਾਂ ਘਰ ਦੀਆਂ ਰਾਣੀਆਂ। ਠੀਕ ਹੈ ਜੀ ਜੀ, ਮਤਲਬ ਨਿਵੇਦਿਤਾ ਮੈਨਨ ਵੀ ਕਹਿੰਦੀ ਹੈ ਨਾ ਕਿ ਇੱਕ ਸੁਗੜ ਔਰਤ ਹੋਣ ਚ ਤੇ ਬਦ ਚੱਲਣ ਔਰਤ ਹੋਣ ਦੇ ਵਿੱਚ ਇੱਕ ਬਹੁਤ ਬਰੀਕ ਲਾਈਨ ਹੈ, ਸੁਗੜ ਔਰਤ ਤੇ ਬਦ ਚੱਲਣ ਔਰਤ। ਠੀਕ ਹੈ, ਤੁਸੀਂ ਘਰੇ ਹੋ, ਆਪਣੇ ਘਰ ਨੂੰ ਸੰਭਾਲ ਰਹੇ ਹੋ, ਬਹੁਤ ਸਿਆਣੇ ਹੋ, ਪਰ ਉਸੇ ਸਾਰੀ ਸਿਆਣਪ ਦੇ ਨਾਲ ਜਦੋਂ ਤੁਸੀਂ ਸੜਕ ਤੇ ਹੋ, ਕੋਈ ਪਤਾ ਨਹੀਂ ਕਦੋਂ ਤੁਹਾਡੀ ਕਿਸ ਤਰ੍ਹਾਂ ਦੀ ਕਰੈਕਟਰ ਅਸੈਸੀਨੇਸ਼ਨ ਕਰ ਦਿੱਤੀ ਜਾਊਗੀ ਤੇ ਤੁਹਾਡੇ ਤੇ ਕੀ ਇਲਜ਼ਾਮ ਲੱਗਣਗੇ। ਤਾਂ ਉਹ ਔਰਤਾਂ ਜਿਹੜੀਆਂ, ਦੇਖੋ ਇੱਕ ਗੱਲ ਹੋਰ ਮੈਂ ਤੁਹਾਨੂੰ ਧਿਆਨ ਦਿਵਾਉਣਾ ਚਾਹੂੰਗੀ ਕਿ ਜ਼ਮੀਨ ਹਜੇ ਪੰਜਾਬ ਦੇ ਵਿੱਚ ਔਰਤ ਕੋਲ ਨਹੀਂ ਹੈ। ਉਹਦੇ ਠੀਕ ਹੈ, ਉਹ ਮਤਲਬ ਅੱਜ ਤੋਂ ਲੈਂਡ ਓਨਰਸ਼ਿਪ ਕਿਸਾਨ ਔਰਤ ਦੇ ਕੋਲ ਜ਼ਮੀਨ ਆਪਣੀ ਨਹੀਂ ਹੈ। ਉੱਥੇ ਮੇਲ ਲੜਨ ਗਏ ਨੇ ਆਪਣੀ ਜ਼ਮੀਨ ਦੇ ਲਈ, ਆਪਣੀ ਪ੍ਰਾਪਰਟੀ ਦੇ ਲਈ। ਔਰਤ ਉੱਥੇ ਲੜਨ ਗਈ ਸੀ ਆਪਣੇ ਪੁੱਤਾਂ, ਆਪਣੇ ਪਤੀਆਂ ਤੇ ਆਪਣੇ ਘਰ ਵਾਲਿਆਂ ਦੀ, ਉਹ ਮਾਵਾਂ ਭੈਣਾਂ ਧੀਆਂ ਦੇ ਰੂਪ ਚ ਗਈ ਸੀ, ਜਿਹੜੀ ਤੁਸੀਂ ਕਿਹਾ ਕਿ ਉਹ ਪੋਲੀਟੀਕਲ ਬੀਇੰਗ ਦੇ ਰੂਪ ਚ ਨਹੀਂ ਸੀ ਗਈ, ਪਰ ਉੱਥੇ ਜਾ ਕੇ ਉਹਨੂੰ ਸਮਝ ਆਇਆ ਕਿ ਖੇਡ ਕੁਛ ਹੋਰ, ਉੱਥੇ ਉਹ ਪੋਲੀਟੀਕਲ ਸਿਟੀਜ਼ਨ ਦੇ ਤੌਰ ਤੇ ਉੱਤੇ ਨਿਭਰ ਰਹੀ ਹੈ। ਉਹਨੇ ਜਦੋਂ ਸੁਣਿਆ, ਉਹ ਬਾਹਰ ਨਿਕਲੀ, ਉਹਨੂੰ ਗੱਲ ਸਮਝ ਆਉਂਦੀ ਹੈ। ਹੁਣ ਸਾਡੀ ਗੱਲ ਸਮਝ ਆਉਂਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਥੇ ਔਰਤ ਹੈ ਪਰ ਇਹ ਕੁਝ ਖਾਸ ਰੋਲਾਂ ਦੇ ਵਿੱਚ ਹੀ ਕਿਉਂ ਹੈ, ਲੰਗਰ ਪਕਾਉਂਦੇ ਹੋਏ ਕਿਉਂ ਹੈ, ਇਹ ਖਾਸ ਤਰ੍ਹਾਂ ਦੇ ਸਲੋਗਨ ਨੂੰ ਰਿਪਰੈਜ਼ੈਂਟ ਕਿਉਂ ਕਰਦੀਆਂ ਨੇ, ਨਰਿੰਦਰ ਤੋਮਰ ਪੀਯੂਸ਼ ਗੋਇਲ ਦੇ ਨਾਲ ਅੰਦਰ ਕਮਰੇ ਵਿੱਚ ਕਿਉਂ ਨਹੀਂ ਹਨ, 32 ਜਥੇਬੰਦੀਆਂ ਦੇ ਵਿੱਚ 32 ਜਥੇਬੰਦੀਆਂ ਦੀ ਲੀਡਰਸ਼ਿਪ ਦੇ ਵਿੱਚ ਕੋਈ ਔਰਤ ਕਿਉਂ ਨਹੀਂ ਹੈ, ਜਿਹਨੂੰ ਆਪਣਾ ਸੋ ਕਾਲਡ ਥਿੰਕ ਟੈਂਕ ਕਹਿੰਦੇ ਨੇ, ਉਹਨਾਂ 'ਚ ਔਰਤ ਕਿਉਂ ਨਹੀਂ ਹੈ, ਜਿੰਨੀਆਂ ਵੀ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਦੀ ਇੰਟੈਲੀਜੈਂਸੀ ਦੇ ਵਿੱਚ, ਉਹਨਾਂ ਦੇ ਸੋਚਣ ਵਿਚਾਰਨ ਸਮਝਣ ਵਾਲੇ ਖਾਨਿਆਂ ਦੇ ਵਿੱਚ ਔਰਤਾਂ ਕਿਉਂ ਨਹੀਂ ਹੈਗੀਆਂ, ਉਹਨਾਂ ਦੀ ਸੇ ਕਿਉਂ ਨਹੀਂ ਹੈਗੀ। ਜੇ ਅੱਧਾ ਅਸਮਾਨ ਔਰਤਾਂ ਨੇ ਮੰਗਣਾ ਤਾਂ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਜੀ ਮੇਰੇ ਪਹਿਲਾਂ ਸਭ ਤੋਂ ਪਹਿਲਾਂ ਦੇਹ ਆਉਂਦੀ ਹੈ ਜਾਂ ਮੇਰੀ ਔਰਤ ਦੀ ਪਛਾਣ ਆਉਂਦੀ ਹੈ। द ट्रूथ इज़ कि ਅਸੀਂ ਜਿੰਨਾ ਮਰਜ਼ੀ ਇਹ ਕਹੀ ਚਲੀਏ ਕਿ ਮੇਰੀ ਹਿੰਦੂ ਮੁਸਲਿਮ ਵਾਲੀ ਕੋਈ ਪਹਿਚਾਣ ਨਹੀਂ ਹੁੰਦੀ, ਔਰਤ ਵਾਲੀ ਪਹਿਚਾਣ ਹੁੰਦੀ ਹੈ। ਦ ਰਿਐਲਿਟੀ ਇਜ਼ ਕਿ ਹਿੰਦੂ ਮੁਸਲਿਮ ਸਿੱਖ ਵਾਲੀਆਂ ਪਛਾਣਾਂ ਹੁੰਦੀਆਂ ਨੇ, ਜਾਤ ਵਾਲੀਆਂ ਪਛਾਣਾਂ ਹੁੰਦੀਆਂ ਨੇ, ਕਲਾਸ ਦੀਆਂ ਪਛਾਣਾਂ ਹੁੰਦੀਆਂ ਨੇ ਤੇ ਅੰਤ ਨੂੰ ਉਹਨਾਂ ਨਾਲ ਖਹਿਣਾ ਪਵੇਗਾ। ਤੁਹਾਨੂੰ ਲੱਗਦਾ ਹੈ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਔਰਤ ਐਕਟਿਵਿਸਟ ਸਾਡੀਆਂ, ਔਰ ਬਹੁਤ ਸਾਰੀਆਂ ਸਾਡੀਆਂ ਸਧਾਰਨ ਔਰਤਾਂ ਐਕਟਿਵਿਸਟ ਬਣ ਰਹੀਆਂ ਨੇ ਤੇ ਬਹੁਤ ਸਾਰੇ ਐਕਟਿਵਿਸਟਾਂ ਦੇ ਵੀ ਰਿਐਲਿਟੀਜ਼ ਉਭਰ ਕੇ ਸਾਹਮਣੇ ਆ ਰਹੀਆਂ ਨੇ। ਜੇ 32 ਆਰਗੇਨਾਈਜੇਸ਼ਨਾਂ ਦੇ ਵਿੱਚ ਕੁਝ ਔਰਤਾਂ ਨਹੀਂ ਤਾਂ ਉਹਨਾਂ ਦੇ ਉੱਤੇ ਉਹਨਾਂ ਦੇ ਸਵਾਲ ਵੀ ਸਾਹਮਣੇ ਆ ਰਹੇ ਨੇ। ਤੁਹਾਨੂੰ ਲੱਗਦਾ ਹੈ ਇਹ ਜਿਸ ਵੇਲੇ ਇਹ ਨਾ ਸਮਾਜਿਕ ਰਿਐਲਿਟੀਜ਼ ਨਾਲ ਖਹਿਣ ਗਿਆ ਤਾਂ ਇੱਕ ਅੰਦੋਲਨ ਦੇ ਅੰਦਰਲੇ ਵਿੱਢੇ ਹੋਏ ਅੰਦੋਲਨ ਇੱਥੇ ਅੱਛਾ ਖਾਸਾ ਜ਼ਿੰਦਗੀਆਂ ਦੇ ਵਿੱਚ ਖਲਲ ਪਾਉਣਗੇ? ਉਹ ਜ਼ਰੂਰੀ ਹੈ ਖਲਲ ਪੈਣਾ। ਮੈਨੂੰ ਲੱਗਦਾ ਹਰ ਵਾਰ ਮੈਂ ਇਹੀ ਗੱਲ ਕਹਿ ਰਹੀ ਹੁੰਦੀ ਹਾਂ ਕਿ ਉਹ ਖਲਲ ਜਿਹੜਾ ਹੈ ਉਹ ਜ਼ਰੂਰੀ ਹੈ ਤੇ ਉਹ ਸਾਰਿਆਂ ਲਈ ਬਹੁਤ ਹੀ ਮੈਂ ਕਹਾਂਗੀ ਬਹੁਤ ਹੈਲਦੀ ਹੈ। ਹਾਂ, ਉਹ ਮਰਦਾਂ ਲਈ ਵੀ ਔਰ ਪੈਟਰੀਆਰਕੀ ਵਰਗੀ ਜਿਹੜੀ ਬਿਮਾਰੀ ਹੈ ਇੱਕ ਉਹਨੂੰ ਠੀਕ ਕਰਨ ਲਈ ਜ਼ਰੂਰੀ ਹੈ ਕਿ ਉਹ ਖਲਲ ਪਾਇਆ ਜਾਏ ਤੇ ਉਹ ਖਲਲ ਪੈਣਾ ਚਾਹੀਦਾ। ਬਟ ਉਹਦੇ ਨਾਲ ਮੈਂ ਇੱਕ ਵਾਪਸ ਇਸ ਗੱਲ ਤੇ ਜਾਵਾਂਗੀ, ਜਦੋਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਜਿਹੜੀ ਵੀ ਔਰਤ ਗੱਲ ਕਰਦੀ ਹੈ ਹੱਕਾਂ ਲਈ ਨਾਰੀਵਾਦੀ ਕਿਹਾ ਜਾਂਦਾ, ਪਰ ਇੱਥੇ ਮੈਂ ਬਿਲਕੁਲ ਇਹ ਕਹਾਂਗੀ ਕਿ ਨਾਰੀਵਾਦੀ ਹੋਣ ਦੀ ਜਿਹੜੀ ਪੋਲਿਟਿਕਸ ਹੈ ਉਹ ਕੀ ਹੈ ਇਹ ਡਿਫਾਈਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਨਾਰੀਵਾਦੀ ਹੋਣ ਦੀ ਪੋਲਿਟਿਕਸ ਜਿਹੜੀ ਹੈ ਉਹ ਜਦੋਂ ਮੈਂ 90 ਦੇ ਦਹਾਕਿਆਂ ਨੂੰ ਯਾਦ ਕਰਦੀ ਹੋਈ ਰਾਮ ਜਨਮ ਭੂਮੀ ਮੂਵਮੈਂਟ ਦੀ ਗੱਲ ਕਰਦੀ ਹਾਂ, ਉਦੋਂ ਜਿਹੜੀਆਂ ਔਰਤਾਂ ਖੜੀਆਂ ਸੀ ਉਹ ਬਿਲਕੁਲ ਇਹ ਕਹਿ ਰਹੀਆਂ ਸੀ ਕਿ ਅਸੀਂ ਨਾਰੀਵਾਦੀ ਹਾਂ, ਅਸੀਂ ਨਾਰੀਵਾਦੀ ਹੋਣ ਦੀ, ਹਾਂ ਉਹ ਸਭ ਨਾਰੀਵਾਦੀ ਹੁੰਦੇ ਸੀ, ਉਹ ਸਭ ਨਾਰੀਵਾਦੀ ਹੁੰਦੀਆਂ ਨੇ। ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਦੇ ਉੱਤੇ ਚੰਦੇ ਮੰਗਦੀਆਂ ਫਿਰਦੀਆਂ ਨੇ ਰਾਮ ਮੰਦਿਰ ਦੇ ਨਿਰਮਾਣ ਲਈ ਤੇ ਉਹ ਕਹਿੰਦੀਆਂ ਨੇ ਅਸੀਂ ਨਾਰੀਵਾਦੀ ਹਾਂ। ਹੁਣ ਤੁਸੀਂ ਕਿਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਖੜੇ ਹੋ, ਕਿੱਥੇ ਖੜੇ ਹੋ? ਤੇ ਰਾਮ ਲਈ ਇੱਕ ਭਵਿਆ ਮੰਦਿਰ ਹੋਣਾ ਚਾਹੀਦਾ। ਹਾਂ, ਪਰ ਮੈਨੂੰ ਏਦਾਂ ਲੱਗਦਾ ਉਹਦੇ ਤੇ ਤਾਂ ਕੋਈ ਇਤਰਾਜ਼ ਨਹੀਂ, ਮੈਂ ਤਾਂ ਇਨਸ਼ਾਅੱਲਾ ਜ਼ਰੂਰ ਅੱਛਾ ਭਵਿਆ ਮੰਦਿਰ ਬਣੇ। ਮੇਰਾ ਨਹੀਂ ਭਵਿਆ
ਮੰਦਿਰ ਬਣਨਾ ਚਾਹੀਦਾ ਹੈ। ਮੈਨੂੰ ਇੱਦਾਂ ਲੱਗਦਾ ਕਿ ਇਹ ਪੋਲਿਟਿਕਸ ਜਿਹੜੀ ਹੈਗੀ ਹੈ, ਵੀ ਆਰ ਨਾਟ, ਅਸੀਂ ਸਿਰਫ ਇੱਕ ਫੇਥ, ਇੱਕ ਬਿਲੀਫ ਦੀ ਗੱਲ ਨਹੀਂ ਕਰ ਰਹੇ ਹਾਂ, ਅਸੀਂ ਇੱਥੇ ਇੱਕ ਪੋਲੀਟੀਕਲ ਪ੍ਰੋਜੈਕਟ ਦੀ ਗੱਲ ਕਰ ਰਹੇ ਜਦੋਂ ਅਸੀਂ ਰਾਮ ਮੰਦਿਰ ਦੀ ਗੱਲ ਕਰ ਰਹੇ ਹਾਂ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਮੈਨੂੰ ਪਤਾ ਕਿ ਇਸ ਪਾਰਟਿਕੂਲਰ ਪੁਆਇੰਟ ਦੇ ਉੱਤੇ ਵੀ ਅੱਛਾ ਖਾਸਾ ਯੂ ਕੈਨ ਗੋ ਇਨਟੂ ਦ ਐਕਸਪਲੇਨੇਟਰੀ ਮੋਡ, ਉਹਨੂੰ ਮੈਂ ਅਵੋਇਡ ਕਰਦਾ ਹੋਇਆ ਕਿਉਂਕਿ ਮੈਂ ਚਾਹ ਰਿਹਾ ਕਿ ਇਹ ਕਿਸਾਨ ਅੰਦੋਲਨ ਤੇ ਔਰਤਾਂ ਦਾ ਜਿਹੜਾ ਅੰਦੋਲਨ ਹੈ, ਵਿਦਿਨ ਦਾ ਕਿਸਾਨ ਅੰਦੋਲਨ ਵੀ ਤੇ ਬਾਹਰ ਆਊਟਸਾਈਡ ਵੀ ਜਿਹੜਾ ਵੱਡਾ ਇੱਕ ਫੈਮਿਨਿਸਟ ਮੂਵਮੈਂਟ ਹੈ, ਇਹ ਜਿੱਥੇ ਇੰਟਰਸੈਕਟ ਕਰਦੇ ਨੇ ਤੇ ਗੱਲਬਾਤ ਜਾਰੀ ਰੱਖੀਏ, ਬਟ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਔਰਤ ਦਿਵਸ ਦੇ ਉੱਤੇ ਕਿਸਾਨ ਅੰਦੋਲਨ 'ਚ ਸਰਕਾਰ ਦੀ ਛਾਤੀ ਤੇ ਕੀ ਐਡਰੈਸ ਹੈ ਸਰਕਾਰ ਦੀ ਛਾਤੀ ਦਾ ਅੱਜ-ਕੱਲ੍ਹ, ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿੱਥੇ ਅੰਦੋਲਨ ਭਖਿਆ ਹੋਇਆ, ਉੱਥੇ ਔਰਤਾਂ ਦਾ ਅੰਦੋਲਨ ਵੀ ਨਾਲ ਕਿਵੇਂ ਭਖਿਆ ਹੋਇਆ ਹੈ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਨਵਪ੍ਰੀਤ ਕੌਰ ਜੀ ਅਤੇ ਸਰਬਜੀਤ ਕੌਰ ਜੀ। ਸਰਬਜੀਤ, ਇੱਕ ਜਿਸ ਵੇਲੇ ਵੀ ਕਿਸਾਨ ਅੰਦੋਲਨ ਦੇ ਸੰਦਰਭ ਦੇ ਵਿੱਚ ਔਰਤਾਂ ਦੇ ਰੋਲ ਦੀ ਗੱਲ ਹੁੰਦੀ ਹੈ ਤਾਂ ਅਕਸਰ ਉਹ ਕੁਝ ਕਰਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ, ਕਿਉਂਕਿ ਸਾਡਾ ਰਾਬਤਾ ਉੱਥੇ ਜਾ ਕੇ ਸਟੇਜ ਦੇ ਉੱਤੇ ਦੇਖਣ ਦਾ ਤੇ ਜਾਂ ਟੀਵੀ ਦੀ ਸਕਰੀਨ ਦੇ ਉੱਤੋਂ ਦੇਖਣ ਦਾ ਕਿ ਔਰਤਾਂ ਕੀ ਕਰ ਰਹੀਆਂ ਨੇ, ਤੇ ਜਾਂ ਉਹ ਲੰਗਰ ਬਣਾ ਰਹੀਆਂ ਨੇ, ਕਦੀ ਕਦੀ ਜਦੋਂ ਮੋਰਚਾ ਭਖਦਾ ਤਾਂ ਉਹ ਟਰੈਕਟਰ ਚਲਾ ਰਹੀਆਂ ਨੇ। ਜਾਗਰੂਕਤਾ ਲਈ ਵੀ ਜਦੋਂ ਔਰਤਾਂ ਦਾ ਟਰੈਕਟਰ ਮਾਰਚ ਇੱਕ ਅਲੱਗ ਕਿਸਮ ਦੀ ਵੰਨਗੀ ਬਣ ਕੇ ਉਭਰਿਆ, ਜਾਂ ਉਹ ਬੋਲੀਆਂ ਪਾ ਰਹੀਆਂ ਨੇ। ਇੱਕ ਵੰਨਗੀ ਸ਼ੁਰੂ ਦੇ ਵਿੱਚ ਉਭਰੀ ਸੀ 26 ਜਨਵਰੀ ਤੋਂ ਪਹਿਲਾਂ ਕਿ ਉਹ XYZ ਦਾ ਪਿੱਟ ਸਿਆਪਾ ਕਰ ਰਹੀਆਂ ਨੇ, ਵੈਨ ਪਾ ਰਹੀਆਂ ਨੇ। ਇਹ ਪਰਫਾਰਮੈਂਸ ਆਰਟ ਤੋਂ ਅੱਗੇ ਦਾ ਜਿਹੜਾ ਸਟੈਪ ਹੈ, ਜਿਹਦੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਆਰਗੇਨਾਈਜੇਸ਼ਨਸ ਦੇ ਵਿੱਚ ਸਾਡੀ ਲੀਡਰਸ਼ਿਪ ਕਿੱਥੇ ਹੈ। ਔਰਤਾਂ ਦੇ ਜਿਹੜੇ ਸਵਾਲ ਨਵਪ੍ਰੀਤ ਹੋਰਾਂ ਨੇ ਚੁੱਕੇ ਨੇ, ਚਾਹੇ ਉਹ ਰਾਮ ਮੰਦਿਰ ਦੀ ਮੂਵਮੈਂਟ ਤੋਂ ਲੈ ਕੇ ਅੱਜ ਸਾਡੇ ਅਜੋਕੇ ਫੈਮਿਨਿਜ਼ਮ ਤੱਕ, ਤੇ ਜਿਨ੍ਹਾਂ ਪਰਿਭਾਸ਼ਾਵਾਂ ਨਾਲ ਨਾਰੀਵਾਦ ਸ਼ਬਦ ਨੂੰ ਕਹਿਣਾ ਪੈ ਰਿਹਾ ਹੈ, ਇਹ ਅੰਦੋਲਨ ਜਿਸ ਵੇਲੇ ਭਖੇਗਾ, ਯੂ ਥਿੰਕ ਕਿ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਅਸੀਂ ਕਿਸਾਨ ਅੰਦੋਲਨ ਦੇ ਨਾਮ ਤੇ ਲੜ ਰਹੇ ਹਾਂ, ਆਪਣੇ ਲਈ ਅੱਛੇ ਖਾਸੇ ਕੰਡੇ ਬੀਜ ਰਹੇ ਹਾਂ, ਕਿਉਂਕਿ ਆਉਣ ਵਾਲੇ ਅੰਦੋਲਨ ਨਾਲ ਮੋਦੀ ਜੀ ਨੇ ਨਹੀਂ ਕਹਿਣਾ, ਉਹ ਸਾਨੂੰ ਉਹਨਾਂ ਦੇ ਨਾਲ ਜਿਹੜਾ ਨਿਭਣਾ ਪੈਣਾ। ਬਿਲਕੁਲ, ਅਸੀਂ ਉਹ ਕੰਡੇ ਬੀਜ ਰਹੇ ਹਾਂ ਤੇ ਅਸਲ 'ਚ ਕਿਹਾ ਕਿ ਅਸੀਂ ਤਾਂ ਖਲਲ ਪੈਣਾ ਚਾਹੀਦਾ ਸਾਰਿਆਂ ਦੀਆਂ ਜ਼ਿੰਦਗੀਆਂ 'ਚ। ਅਸਲ 'ਚ ਅਸੀਂ ਕੰਡੇ ਨਹੀਂ ਬੀਜ ਰਹੇ ਹੁੰਦੇ, ਇਤਿਹਾਸਕ ਘਟਨਾਵਾਂ ਵਾਪਰਦੀਆਂ ਕੰਡੇ ਕੱਢ ਰਹੇ ਹਾਂ, ਦਰਅਸਲ ਕੰਡੇ ਤਾਂ ਬੀਜੇ ਪਏ ਨੇ, ਹਨਾ। ਮੈਂ ਇਹੀ ਕਹਿਣਾ ਚਾਹੁੰਦੀ ਸੀ, ਅਸੀਂ ਕੰਡੇ ਕੱਢ ਰਹੇ ਹਾਂ, ਉਹ ਬੀਜੇ ਜਾ ਚੁੱਕੇ ਨੇ, ਜਿਹੜੀਆਂ ਸਮੱਸਿਆਵਾਂ ਨੂੰ ਹੁਣ ਠੀਕ ਹੋਣ ਦੀ ਲੋੜ ਹੈ। ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਦੇਖਣ ਵਾਲੀ ਹੈ SP ਜੀ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਮਾਜ ਜ਼ਿਆਦਾ ਬਿਹਤਰ ਹੋਵੇ, ਮਾਨਵੀ ਹੋਵੇ, ਲੋਕਤਾਂਤਰਿਕ ਹੋਵੇ, ਰਹਿਣਯੋਗ ਹੋਵੇ, ਤਾਂ ਅਸੀਂ ਉਹਦੇ ਲਈ ਕੀ ਕਰ ਰਹੇ ਹਾਂ? ਅਸੀਂ ਕਹਿੰਦੇ ਕਿ ਅਸੀਂ ਬਿਹਤਰ ਮਨੁੱਖ ਬਣਨ ਦੀ ਲੜਾਈ ਲੜ ਰਹੇ ਹਾਂ। ਦੈਟਸ ਅ ਯੂਟੋਪੀਆ। ਠੀਕ ਹੈ, ਮੈਂ ਜੋ ਵੀ ਹੈ ਕਿ ਮਸਕੂਲਰ ਪੋਲਿਟਿਕਸ ਦੇ ਵਿੱਚ ਕਿਸ ਤਰ੍ਹਾਂ ਇਸ ਕਿਸਮ ਦਾ ਮਲੂਕ ਅੰਦੋਲਨ ਜਿਹੜਾ ਹੈ ਉਹ ਸਰਵਾਈਵ ਕਰੇਗਾ? ਨਹੀਂ ਕਰੇਗਾ ਨਾ, ਮਲੂਕ ਨਹੀਂ ਰਹੇਗਾ ਉਹ। ਇਸੇ ਅੰਦੋਲਨ ਦੇ ਵਿੱਚ ਇੱਕ ਸਮੇਂ ਤੱਕ ਕੱਲੀ ਮੇਲ ਲੀਡਰਸ਼ਿਪ ਤੋਮਰ ਸਾਹਿਬ ਨਾਲ ਮੀਟਿੰਗ ਕਰਨ ਜਾਂਦੀ ਸੀ, ਪਰ ਇੱਕ ਸਮੇਂ ਤੋਂ ਬਾਅਦ ਜਿਵੇਂ ਕਿਵੇਂ ਇੱਕ ਔਰਤ ਲੈਣੀ ਪਈ, ਜਿਵੇਂ ਕਿਵੇਂ ਨੈਸ਼ਨਲ ਮੀਡੀਆ ਦੇ ਵਿੱਚ ਔਰਤ ਕੈਂਡੀਡੇਟ ਭੇਜਣੇ ਪਏ ਗੱਲ ਕਰਨ ਦੇ ਲਈ, ਆਪਣੀਆਂ ਕੁੜੀਆਂ ਅੱਗੇ ਰੱਖਣੀਆਂ ਪਈਆਂ, ਥੱਲੇ ਕੁੜੀਆਂ ਗੱਲ ਕਰ ਰਹੀਆਂ ਨੇ, ਉਹਨਾਂ ਦੀ ਗੱਲ ਸੁਣਨੀ ਪੈ ਰਹੀ ਹੈ, ਉਹਨਾਂ ਤੋਂ ਫੀਡਬੈਕ ਮੰਗੀ ਜਾ ਰਹੀ ਹੈ, ਕਿਉਂਕਿ ਕਈ ਵਾਰੀ ਅਸੀਂ ਇਕੱਲੇ ਟੀਵੀ ਤੇ ਰਿਲਾਈ ਕਰਦੇ ਹਾਂ। ਉੱਥੇ ਲੀਡਰਸ਼ਿਪ ਇੰਟਰਨਲ ਮਸਲਿਆਂ ਦੇ ਨਾਲ ਕਿਵੇਂ ਸਿੱਝ ਰਹੀ ਹੈ। ਮੈਂ ਇੱਕ ਆਪਣੀ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗੀ ਇਹਦੇ 'ਚ, ਜਿਹੜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਦੇਖੋ, ਜਿਹੜੇ ਕੰਡਿਆਂ ਦੀ ਗੱਲ ਕਰ ਰਹੇ ਹਾਂ ਅਸੀਂ, ਇਹ ਇੱਥੇ ਤੱਕ ਜਾਊਗਾ ਕਿ ਕੁੜੀਆਂ ਅਲਟੀਮੇਟਲੀ ਜ਼ਮੀਨ ਦੇ ਵਿੱਚ ਆਪਣਾ ਹਿੱਸਾ ਮੰਗਣਗੀਆਂ ਤੇ ਇਹਦੇ ਲਈ ਤਿਆਰ ਰਹਿਣਾ ਪਊਗਾ। ਠੀਕ ਹੈ, ਅੱਜ ਤੋਂ 30 ਸਾਲ ਪਹਿਲਾਂ ਮੇਰੇ ਦਾਦੀ ਜੀ ਦੇ ਬ੍ਰਦਰ ਨਹੀਂ ਸੀ, ਮਤਲਬ ਇਹ ਤੁਸੀਂ ਵੀ ਕਿਹਾ, ਉਹ ਮਤਲਬ ਪੋਸਿਬਿਲਿਟੀ ਤੁਹਾਡੀਆਂ ਅੱਖਾਂ ਦੇ ਜਿਹੜੀ ਹੈ ਦੱਸ ਰਹੇ ਨੇ, ਔਰਤਾਂ ਦਾ ਇੱਕ ਸਿੰਘੂ ਬਾਰੀਕੇਡ ਪੁੱਟ ਕੇ ਸਿੰਘੂ ਬਾਰਡਰ ਤੱਕ ਸ਼ਾਇਦ ਦੁਬਾਰਾ ਜਾਏਗਾ। ਹਾਂ, ਉਹ ਪਿੰਡ ਸਿੰਘੂ ਬਾਰਡਰ ਬਣਨਗੇ, ਪਿੰਡ ਬੈਰੀਕੇਡ ਪੁੱਟੇ ਜਾਣਗੇ, ਘਰ ਸਿੰਘੂ ਬਾਰਡਰ ਬਣਨਗੇ, ਆਪਦੀਆਂ ਦਹਲੀਜ਼ਾਂ ਸਿੰਘੂ ਟਿਕਰੀ ਬਣਨਗੀਆਂ। ਸਾਨੂੰ ਇਹਦੇ ਲਈ ਤਿਆਰ ਰਹਿਣਾ ਪਊਗਾ। ਅੱਜ ਇਹ ਗੱਲ ਕਿਸੇ ਨੂੰ ਅਜੀਬ ਲੱਗ ਸਕਦੀ ਹੈ, ਪਰ ਮੈਂ ਤੁਹਾਨੂੰ ਇੱਕ ਥੋੜਾ ਪਿੱਛੇ ਲੈ ਜਾਵਾਂਗੇ। 30 ਸਾਲ ਪਹਿਲਾਂ, 40 ਸਾਲ ਪਹਿਲਾਂ, ਜਦੋਂ ਮੇਰੇ ਦਾਦੀ ਦੇ ਬ੍ਰਦਰ ਨਹੀਂ ਸੀ, ਉਹਨਾਂ ਨੇ ਆਪਣੀ ਜ਼ਮੀਨ ਲੈਣੀ ਸੀ, ਉਦੋਂ ਇਸ ਗੱਲ ਨੂੰ ਸਹਿਣਾ ਲੋਕਾਂ ਲਈ ਬੜਾ ਔਖਾ ਸੀ, ਚਾਚਿਆਂ ਲਈ, ਤਾਇਆਂ ਲਈ ਸਹਿਣਾ ਬੜਾ ਔਖਾ ਸੀ ਕਿ ਕੁੜੀ ਜ਼ਮੀਨ ਕਿਵੇਂ ਲੈ ਗਈ। ਚਾਚੇ ਤਾਏ ਬ੍ਰਦਰ ਦੀ ਅਣਹੋਂਦ ਦੇ ਵਿੱਚ ਜ਼ਮੀਨ ਦੇ ਮਾਲਕ ਹੁੰਦੇ ਸੀ। ਜੇ ਤੁਹਾਡੇ ਭਤੀਜਾ ਨਹੀਂ ਹੈ ਤਾਂ ਕੁੜੀਆਂ 10 ਨੇ, 4 ਨੇ, 6 ਨੇ, ਕੋਈ ਫਰਕ ਨਹੀਂ ਪੈਂਦਾ, ਜ਼ਮੀਨ ਦੇ ਮਾਲਕ ਚਾਚੇ ਤਾਏ ਹੋਣਗੇ। ਤੇ ਉਹ ਕੁੜੀਆਂ ਉਹਨਾਂ ਦੇ ਜ਼ਿਆਦਾ, ਮਤਲਬ ਉਹਨਾਂ ਦੀਆਂ ਵਿਚਾਰੀਆਂ ਬਣ ਕੇ ਉਹਨਾਂ ਦੇ ਨਾਲ ਵਰਤਦੀਆਂ ਸੀ ਕਿ ਸਾਡੇ ਸਕੇ ਭਰਾ ਨਹੀਂ, ਪਰ ਸਾਨੂੰ ਇਹਨਾਂ ਦੀ ਲੋੜ ਹੈ। ਇੱਕ ਅੱਜ ਇਹ ਹੈ ਕਿ ਜੇ ਬ੍ਰਦਰ ਨਹੀਂ ਹੈ ਤਾਂ ਜ਼ਮੀਨ ਕੁੜੀਆਂ ਨੂੰ ਮਿਲੂਗੀ।
ਜਦੋਂ ਸਾਰਾ ਪੰਜਾਬ ਯੂਰਪ ਵੱਲ ਨੂੰ ਭੱਜ ਰਿਹਾ ਤਾਂ ਸਾਨੂੰ ਉਹਨਾਂ ਦੀ ਇਹ ਚੀਜ਼ ਸਿੱਖਣੀ ਪਊ। ਉੱਥੋਂ ਵਾਲੀਆਂ ਕੁੜੀਆਂ ਕਿਉਂ ਨਹੀਂ ਦੱਸਣਗੀਆਂ ਕਿ ਇੱਥੇ ਤਾਂ ਮਾਲਕੀ ਬਰਾਬਰ ਹੈ, ਰਾਈਟਸ ਕੀ ਹੁੰਦੇ ਨੇ ਤੇ ਡੈਥ ਟੈਕਸ ਕੀ ਹੁੰਦਾ ਹੈ, ਇਹ ਚਾਰੇ ਪਾਸਿਓਂ ਪ੍ਰੈਸ਼ਰ ਪੈ ਰਿਹਾ ਹੈ। ਇਹ ਕੰਡੇ ਮਤਲਬ ਕੰਡੇ ਤਾਂ ਮੈਂ ਇਹਨੂੰ ਨਾ ਕਹਾਂ ਕਿ ਇਹ ਬਹੁਤ ਵੱਡੇ ਚੈਲੰਜ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿ ਜਿਹੜੇ ਉੱਥੇ ਜਾ ਕੇ ਔਰਤਾਂ ਨੂੰ ਟੀਵੀ ਤੇ ਦਿਖਾ ਕੇ ਕਹਿੰਦੇ ਨੇ ਕਿ ਅਸੀਂ ਬਹੁਤ ਬਦਲਦੇ ਤੇ ਬਹੁਤ ਲੋਕਤੰਤਰਿਕ। ਇੰਟਰਸਟਿੰਗ ਨਾ ਪ੍ਰੀਤ ਕਿ ਆਕਸਫੈਮ ਇੰਡੀਆ ਦੀ ਰਿਪੋਰਟ ਮੈਨੂੰ ਇਹ ਕਹਿੰਦੀ ਹੈ ਕਿ 85% ਜਿਹੜਾ ਐਗਰੀਕਲਚਰ ਦੇ ਵਿੱਚ ਜਿਹੜਾ ਹਿੱਸਾ ਹੈ ਉਹ 85% ਆਫ ਜਿਹੜੀ ਸਾਡੀ ਵਰਕਫੋਰਸ ਹੈ ਵਿਮਨ ਦੀ ਉਹ ਐਗਰੀਕਲਚਰ ਦੇ ਵਿੱਚ ਹੈ। ਸਿਰਫ 13% ਵਿਮਨ ਲੈਂਡ ਓਨ ਕਰਦੀਆਂ ਨੇ। ਅੰਦੋਲਨ ਦੇਸ਼ ਦੇ ਅਜੇ ਖਿੱਤੇ ਵਿੱਚ ਚੱਲ ਰਿਹਾ ਹੈ ਜਿੱਥੇ ਇਹ ਬੜਾ ਬਹੁਤ ਡੀਪਲੀ ਪੈਟਰੀਆਰਕਲ ਹਰਟਲੈਂਡ ਹੈ, ਜਿਹੜੇ ਯੂਪੀ ਦੇ ਬੈਡਲੈਂਡਸ ਹੈ। ਮਤਲਬ ਇਸ ਤੋਂ ਜ਼ਿਆਦਾ ਪੈਟਰੀਆਰਕੀ, ਜਿੱਥੇ ਕੋਈ ਬੱਚੀ ਦਾ ਔਰਤ ਦਾ ਸਿਰ ਵੱਢ ਕੇ ਤੇ ਸਿਰ ਨਾਲ ਲਿਜਾ ਰਿਹਾ ਥਾਣੇ ਕਿ ਜੀ ਮੈਂ ਵੱਢ ਦਿੱਤਾ ਜੇ, ਆਨਰ ਕਿਲਿੰਗ ਹੋ ਰਹੀਆਂ ਨੇ। ਜਿੱਥੇ ਆਪਣੀ ਬੱਚੀ ਨੂੰ ਮਾਰ ਕੇ ਤੇ ਬੰਦਾ ਥਾਣੇ ਜਾ ਰਿਹਾ ਭੱਜਣ ਦੀ ਜਗ੍ਹਾ ਕਿ ਜੀ ਮੈਂ ਮਾਰ ਦਿੱਤੀ ਜੇ, ਤੇ ਉੱਥੇ ਲਾਸ਼ ਪਈ ਜੇ। ਉਸ ਜਗ੍ਹਾ ਦੇ ਉੱਤੇ ਔਰ ਪੰਜਾਬ ਦੇ ਵਿੱਚ ਵੀ ਮਾਈਂਡਸੈਟ ਬਹੁਤ ਪੈਟਰੀਆਰਕਲ ਨੇ, ਹਰਿਆਣੇ ਦੇ ਵਿੱਚ ਬਹੁਤ ਪੈਟਰੀਆਰਕਲ ਨੇ। ਅਸੀਂ ਉਹ ਖਾਪ ਪੰਚਾਇਤਾਂ ਦੇ ਉਹ ਦੌਰ ਦੇਖੇ ਨੇ। ਉਹਨਾਂ ਹੀ ਖਾਪ ਪੰਚਾਇਤਾਂ 'ਚ ਉਹਨਾਂ ਹੀ ਵਿਹੜਿਆਂ ਦੇ ਵਿੱਚ ਕਿਸਾਨ ਅੰਦੋਲਨ ਭਖਿਆ ਹੋਇਆ ਤੇ ਉਸ ਕਿਸਾਨ ਅੰਦੋਲਨ ਨੇ ਔਰਤਾਂ ਦਾ ਇਹ ਅੰਦੋਲਨ ਵੀ ਨਾਲ ਭਖਾ ਰੱਖਿਆ। ਸੋ ਇੱਕ ਵੱਡੀ ਕਨਫਲਿਕਟ ਦੀ, ਇੱਕ ਵੱਡੀ ਟੱਕਰ ਦੀ, ਇੱਕ ਵੱਡੇ ਖਲਲ ਦੀ ਤਿਆਰੀ ਇੱਥੇ ਹੋਈ ਪਈ ਹੈ। One, how do you see this panning out further going in future? Secondly, ਮੈਂ ਇਹ ਨਾਲ ਹੀ ਤੁਸੀਂ ਸਵਾਲ ਲੈ ਲਓ ਕਿਉਂਕਿ ਮੈਂ ਚਾਹੁੰਦਾ ਕਿ ਤੁਸੀਂ ਇੱਕ ਨਿਸ਼ਚਿਤ ਜੀ ਇਕੱਠੇ ਗੱਲ ਕਰੋ। ਇੱਕ ਸਾਡਾ ਨਾ ਪਬਲਿਕ ਤੇ ਪ੍ਰਾਈਵੇਟ ਦਾ ਇੱਕ ਪਰਦਾ ਸਿਸਟਮ ਹੈ ਕਿ ਇਹ ਪ੍ਰਾਈਵੇਟ ਔਰਤਾਂ ਪ੍ਰਾਈਵੇਟ ਉਹ ਪਬਲਿਕ ਵਿੱਚ ਆ ਰਹੀਆਂ ਨੇ। ਉਹਨਾਂ ਦੇ ਜਿਹੜੇ ਡੋਮੈਸਟਿਕ ਕੰਮ ਹੁੰਦੇ ਸੀ, ਖਾਣਾ ਪਕਾਣਾ, ਸਫਾਈ ਕਰਨੀ, ਗੋਹਾ ਕੂੜਾ, ਉਹ ਸਭ ਪਬਲਿਕ ਦੇ ਵਿੱਚ ਆ ਕੇ ਕੀਤਾ ਜਾ ਰਿਹਾ, ਅੰਦੋਲਨ ਦਾ ਹਿੱਸਾ ਬਣ ਰਿਹਾ। ਦਿਸ ਇਜ਼ ਮਚ ਲਾਈਕ, ਮੈਨੂੰ ਪਤਾ ਨਹੀਂ ਐਨੋਲੋਜੀ ਫਾਰ ਫੈਚਡ ਤਾਂ ਨਹੀਂ ਹੈਗੀ, ਦਿਸ ਇਜ਼ ਮਚ ਲਾਈਕ ਗਾਂਧੀ ਕਿ ਚਰਖਾ ਕੱਤਣ ਦਾ ਜਿਹੜਾ ਐਕਟ ਹੈ ਉਹ ਲਿਆ ਕੇ ਪਬਲਿਕ ਐਕਟ ਹੋ ਜਾਂਦਾ, ਪਬਲਿਕ ਸਫੇਅਰ ਦੇ ਵਿੱਚ। ਹਾਂ, ਫਿਰ ਉਹ ਪੋਲੀਟੀਕਲ ਬਣਦਾ। ਹਾਂ, ਉਹ ਜਿਵੇਂ ਇੱਥੇ ਮਤਲਬ ਲੰਗਰ ਪਕਾਉਣਾ ਇਜ਼ ਅ ਪੋਲੀਟੀਕਲ ਐਕਟ। ਹਾਂ, ਇੱਥੇ ਪੋਲੀਟੀਕਲ ਐਕਟ ਹੈ। ਹਾਂ, ਰੋਟੀਆਂ ਪਕਾਉਣੀਆਂ। ਹਾਂ, ਇੱਥੇ ਰੋਟੀਆਂ ਬਣਾਉਣੀਆਂ, ਦੇ ਆਰ ਨਾਟ ਮੇਕਿੰਗ, ਮਤਲਬ ਇੱਥੇ ਰੋਟੀ ਉਹ ਜਿਹੜੀ ਆ ਬਣਾ ਰਹੀ ਆ ਉਹ ਪੈਟਰੀਆਰਕੀ ਦੀ ਏਜੰਟ ਦੇ ਤੌਰ ਤੇ ਨਹੀਂ ਬਣਾ ਰਹੀ ਹੈ। ਇੱਥੇ ਜਿਹੜਾ ਉਹ ਲੰਗਰ ਪਕਾ ਰਹੀ ਹੈ ਉਹ ਪੈਟਰੀਆਰਕੀ ਨੂੰ ਭੰਨਦੇ ਹੋਏ ਇੱਕ ਪੋਲੀਟੀਕਲ ਐਕਟ ਦੀ ਤਰ੍ਹਾਂ ਬਣਾ ਰਹੀ ਹੈ ਤੇ ਉਹ ਇੱਕ ਅੰਦੋਲਨ ਦੇ ਨਾਲ ਖੜੀ ਹੋ ਕੇ ਪੈਟਰੀਆਰਕੀ ਦਾ ਸਿਰ ਭੰਨ ਕੇ ਬਣਾ ਰਹੀ ਹੈ। ਹਾਂ, ਸਿਰ ਭੰਨ ਕੇ ਬਣਾ ਰਹੀ ਹੈ। ਤੇ ਜਦੋਂ ਮੈਂ ਤੁਹਾਨੂੰ ਉਹ ਇਮੇਜਸ ਦਿਖਦੀਆਂ ਨੇ, ਮੈਨੂੰ ਉਹ ਇਮੇਜਸ ਵੀ ਦਿਖਦੀਆਂ ਨੇ ਜਿੱਥੇ ਬਹੁਤ ਸਾਰੇ ਮਰਦ ਜਿਹੜੇ ਨੇ ਅੰਦੋਲਨ ਦੇ ਵਿੱਚ ਉਹ ਸਬਜ਼ੀਆਂ ਕੱਟ ਰਹੇ ਨੇ ਤੇ ਖਾਣਾ ਬਣਾ ਰਹੇ ਨੇ ਤੇ ਉਹ ਸਾਰਾ ਕੁਝ ਕਰ ਰਹੇ। ਮੈਨੂੰ ਏਦਾਂ ਲੱਗਦਾ ਭਾਵੇਂ ਉਹ ਫੋਰਸ ਸੀ, ਤੁਹਾਨੂੰ ਸਿਚੁਏਸ਼ਨ ਦੇ ਹਿਸਾਬ ਨਾਲ ਫੋਰਸ ਕੀਤਾ ਗਿਆ ਹੋ, ਜਿਹੜਾ ਕਿ ਬਹੁਤ ਸਾਰੇ ਇੱਕ ਜਾਣ ਕੇ ਤਾਂ ਡਾਕਟਰ ਉਹਨਾਂ ਦੀ ਵੇਲਨ ਨੂੰ ਬਾਪੂ ਨਾਲ ਹੁਣ ਆਇਡੈਂਟੀਫਾਈ ਕਰੇਗੀ ਨਾ। ਸਾਰੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਨਾਲ ਹੁੰਦਾ ਹੀ ਹੈ ਕਿ ਜਦੋਂ ਉਹ ਬਾਹਰ ਹੁੰਦੇ ਨੇ ਆਪਣੇ ਘਰਾਂ ਤੋਂ ਤੇ ਉਹ ਖਾਣੇ ਬਣਾ ਰਹੇ ਹੁੰਦੇ ਨੇ, ਜਦੋਂ ਉਹ ਵਾਪਸ ਆਪਣੇ ਘਰੇ ਜਾਂਦੇ ਨੇ, ਭਾਵੇਂ ਉਹ ਯੂਪੀ ਜਾਂ ਬਿਹਾਰ ਦੇ ਵਿੱਚ ਹੋਏ, ਤੇ ਕਹਿੰਦੇ ਜਾ ਕੇ ਮੇਰੇ ਲਈ ਖਾਣਾ ਬਣਾ ਕੇ ਲੈ ਕੇ ਆਉਂਦੇ, ਪਾਣੀ ਵੀ ਲੈ ਕੇ ਆਉਂਦੇ, ਪਾਣੀ ਦਾ ਗਲਾਸ ਨਹੀਂ ਚੁੱਕਦੇ। ਪਰ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਹੈਗਾ ਲਾਰਜਰ ਸਵਾਲ ਕਿ ਇਹ ਪੈਨ ਆਊਟ ਕਰੇਗਾ, ਹੈ ਨਾ, ਕਿਸ ਤਰੀਕੇ ਨਾਲ ਪੈਨ ਆਊਟ ਕਰੇਗਾ, ਮੈਨੂੰ ਏਦਾਂ ਲੱਗਦਾ ਪੈਟਰੀਆਰਕੀ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਡੂੰਘੀਆਂ ਨੇ ਤੇ ਉਹਦੇ ਨਾਲ ਉਹਦੇ ਉੱਤੇ ਜਿਹੜੀ ਮਾਰ ਪਈ ਹੈ। ਜਿਸ ਅਸੀਂ ਕਿਸਾਨ ਅੰਦੋਲਨ ਨੂੰ ਮੈਂ ਇੱਕ ਬਿਲਕੁਲ ਲਾਰਜਰ ਸੈਂਸ ਦੇ ਵਿੱਚ ਦੇਖਦੀ ਹਾਂ, ਜਿੱਥੇ ਕਿ ਉਹ ਜਿਹੜਾ ਕੈਪੀਟਲ, ਗਲੋਬਲ ਕੈਪੀਟਲ ਹੈ, ਹਾਂ, ਉਹਦੇ ਨਾਲ ਨਜਿੱਠ ਰਿਹਾ ਹੈ, ਉਹਦੇ ਖਿਲਾਫ ਇੱਕ ਬੜਾ ਪ੍ਰੋਟੈਸਟ ਹੈ, ਮਤਲਬ ਉਹਦੀਆਂ ਵਰਕਿੰਗਸ ਦੇ ਖਿਲਾਫ ਬੜਾ ਪ੍ਰੋਟੈਸਟ ਹੈ। ਸੋ ਇੱਥੇ ਸਾਨੂੰ ਜਿਹੜੀ ਆਪਣੀ ਮਾਰ ਜਿੱਥੋਂ ਸਾਨੂੰ ਪੈ ਰਹੀ ਹੈ ਉਹ ਸਾਡੀ ਜਿਹੜੀਆਂ ਲੋਕਲ ਹਿੰਟਰਲੈਂਡਸ ਨੇ, ਹੈ ਨਾ, ਜਿੱਥੋਂ ਆਨਰ ਕਿਲਿੰਗਸ ਔਰ ਇਹ ਸਾਰਾ ਕੁਝ ਹੋ ਰਿਹਾ, ਪਲੱਸ ਦੋਹਰੀ ਜਿਹੜੀ ਪੂੰਜੀ ਦੀ ਮਾਰ ਪੈ ਰਹੀ ਹੈ ਉਹ ਵੀ। ਸੋ ਸਾਡੇ ਤੇ ਖਤਰੇ ਇੰਨੇ ਜ਼ਿਆਦਾ ਪਏ ਨੇ ਤੇ ਤੁਸੀਂ ਔਰਤ ਮੈਨੂੰ ਦੱਸੋ ਕਿ ਉਹ ਮਤਲਬ ਦਿਸਦੀ ਜ਼ਰੂਰ ਹੈ ਨਾ। ਤੁਸੀਂ ਦੇਖਿਆ ਕਿ ਪ੍ਰੋਟੈਸਟ ਦੇ ਵਿੱਚ ਵੀ ਕਿਸ ਤਰੀਕੇ ਨਾਲ ਮਤਲਬ ਬਹੁਤ ਔਖੇ ਹੋ ਕੇ ਆਪਣੀ ਸਪੇਸ ਜਿਹੜੀ ਹੈ ਕਿਤੇ ਨਾ ਕਿਤੇ ਹਲਕੀ ਫੁਲਕੀ, ਮੈਨੂੰ ਹਲਕੀ ਫੁਲਕੀ ਦਿਸਦੀ ਹੈ, ਮੈਨੂੰ ਉਹਦੇ 'ਚ ਕੋਈ ਵੱਡਾ ਨਹੀਂ ਦਿਸਦਾ। ਬਟ ਹਾਂ, ਇਹ ਹੈ ਕਿ ਉਹ ਸੰਕਟ ਬਹੁਤ ਗਹਿਰਾ ਹੈ, ਉਹ ਸੰਕਟ ਬਹੁਤ ਵੱਡਾ ਹੈ। ਉਹ ਸਿਰਫ ਇਹ ਸੰਕਟ ਨਹੀਂ ਹੈ ਜਿੱਥੇ ਤੁਹਾਨੂੰ ਉਹਨੂੰ ਕਈ ਫਰੰਟਸ ਦੇ ਉੱਤੇ ਇਹ ਲੜਾਈ ਚੱਲ ਰਹੀ ਹੈ। ਭਾਵੇਂ ਉਹ ਲੜਾਈ ਜਿਹੜੀ ਹੈ ਉਸ ਮਰਦ ਦੀ ਸਾਈਕੀ, ਉਹਦੀ ਸੋਚ ਦੇ ਨਾਲ ਹੋਏ, ਜਿਹੜਾ ਕਿ ਜਿਹਨੂੰ ਇਹ ਬਿਲਕੁਲ ਇਨਹਿਊਮਨ ਨਹੀਂ ਲੱਗਦਾ ਕਿ ਆਪਣੀ ਧੀ ਨੂੰ ਮਾਰ ਕੇ ਤੇ ਉਹਦਾ ਜਿਹੜਾ ਸਿਰ ਹੈ ਉਹ ਚੁੱਕ ਕੇ ਗਲੀਆਂ ਦੇ ਵਿੱਚ ਫਿਰਿਆ ਜਾਏ। ਜਿਹੜੀਆਂ ਆਨਰ ਕਿਲਿੰਗ ਸਾਡੇ ਘਰਾਂ ਵਿੱਚ ਹੋ ਰਹੀਆਂ ਨੇ, ਜਿਹੜੀ ਫੀਮੇਲ ਫੀਟੀਸਾਈਡ ਹੈ, ਇਹ ਕੀ ਹੈ? ਇਹ ਆਨਰ ਕਿਲਿੰਗ ਹੈ ਜਿੱਥੇ ਅਸੀਂ ਬੱਚੀ ਨੂੰ ਅੰਦਰ ਹੀ ਮਾਰ ਰਹੇ ਹਾਂ। ਨਹੀਂ, ਪੰਜਾਬ ਸਟੈਟਿਸਟਿਕਲੀ ਆਲਸੋ ਪੰਜਾਬ ਹਰਿਆਣਾ ਦੋਨਾਂ ਬੈਲਟਸ ਦੇ ਵਿੱਚ ਆਨਰ ਕਿਲਿੰਗਸ ਦਾ ਬਹੁਤ ਪ੍ਰੈਵਲੈਂਟ ਸੀ। ਹੁਣ ਖਬਰਾਂ ਆਣੀਆਂ ਬੰਦ ਹੋ ਗਈਆਂ, ਮੈਨੂੰ ਨਹੀਂ ਪਤਾ ਹੁਣ ਹੁੰਦੀਆਂ ਨੇ ਨਹੀਂ ਹੁੰਦੀਆਂ ਨੇ, ਬਟ ਉਸ ਤਰ੍ਹਾਂ ਖਬਰਾਂ ਨਹੀਂ ਆਉਂਦੀਆਂ ਜਿਵੇਂ ਇੱਕ ਵਾਰ ਮੀਡੀਆ 'ਚ ਆਉਂਦੀਆਂ ਹੁੰਦੀਆਂ ਸੀ, ਵੀ ਡੋਂਟ ਨੋ। ਪਰ ਕਿਤੇ ਨਾ ਕਿਤੇ ਇਹ ਜਿਹੜਾ ਪੂਰਾ ਲਾਰਜਰ ਸੰਕਟ ਹੈ ਐਸਪੀਜੀ, ਮੈਨੂੰ ਇਹ ਅੰਦੋਲਨ, ਕਿਸਾਨ ਅੰਦੋਲਨ 'ਚੋਂ ਕਿੰਨਾ ਕੁਝ ਇਮਰਜ ਕਰਕੇ ਆਏਗਾ
ਇਜ਼ ਸਮਥਿੰਗ ਦੈਟ ਜਿਹਦੇ ਬਾਰੇ ਮੈਂ ਅਜੇ ਆਪਣੇ ਮੈਨੂੰ ਲੱਗਦਾ ਕਿ ਮੈਂ ਇਹਨੂੰ ਮੈਨੂੰ ਲੱਗਦਾ ਕਿ ਇਹ ਡੂੰਗੀ ਲੜਾਈ ਹੈ, ਇਹ ਵੱਡੀ ਲੜਾਈ ਹੈ, ਇੱਕ ਬਹੁਤ ਛੋਟਾ ਜਿਹਾ ਕਦਮ ਹੈ। ਇਹ ਨਹੀਂ ਸਿਰਫ ਕਿਸਾਨ ਅੰਦੋਲਨ ਤੋਂ ਉਹ ਤਾਂ ਸਵਾਲ ਉੱਠੇ ਨੇ ਪਰ ਨਜਿੱਠਿਆ ਨਹੀਂ ਜਾਣਾ। ਸਵਾਲ ਤਾਂ ਉੱਠ ਰਹੇ ਸਵਾਲ ਹੀ ਉੱਠ ਰਹੇ ਨੇ ਬਟ ਕੋਈ ਬਹੁਤ ਲੰਮੀਆਂ ਲੜਾਈਆਂ ਨੇ। ਦੇਖੋ ਟਾਈਮ ਮੈਗਜ਼ੀਨ ਦਾ ਇਸ਼ੂ ਆਇਆ ਨਵਾਂ ਅਮਰੀਕਾ ਦਾ, ਉਹਦਾ ਜਿਹੜਾ ਕਵਰ ਹੈ ਉਹ ਕਿਸਾਨ ਅੰਦੋਲਨ ਦੇ ਉੱਤੇ ਹੈ ਤੇ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਦੇ ਉੱਪਰ ਹੈ। ਇਹ ਹੁਣੇ ਆਇਆ ਤੇ ਉਹਦਾ ਟਾਈਟਲ ਹੈ ਔਨ ਦਾ ਫਰੰਟ ਲਾਈਨਸ ਆਫ ਇੰਡੀਆਜ਼ ਫਾਰਮਰ ਪ੍ਰੋਟੈਸਟਸ। ਔਰ ਦੂਸਰੀ ਘਟਨਾ ਹੁੰਦੀ ਹੈ ਕਿ ਸਾਡੀ ਸੁਪਰੀਮ ਕੋਰਟ ਬੈਠਦੀ ਹੈ, ਉਹ ਕਿਸਾਨ ਅੰਦੋਲਨ ਬਾਰੇ ਸੁਣ ਰਹੀ ਹੈ ਪਟੀਸ਼ਨ ਤੇ ਉਹ ਕਹਿ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਨੂੰ ਵੀ ਤਾਂ ਔਰਤਾਂ ਦੀ ਚਿੰਤਾ, ਔਰਤਾਂ ਨਾਗਰਿਕ ਨੇ, ਚੀਫ ਜਸਟਿਸ ਸਾਹਿਬ ਨੂੰ ਪਤਾ ਹੈ। ਸੋ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਨੇ ਕਿ ਇੱਕ ਕੰਮ ਕਰੋ, ਮਾਮਲਾ ਤੇ ਨਜਿੱਠ ਲਵਾਂਗੇ, ਇਹ ਔਰਤਾਂ ਤੇ ਬੱਚਿਆਂ ਨੂੰ ਜ਼ਰਾ ਘਰ ਭੇਜ ਦਿਓ। ਇਹ ਤਾਂ ਅੱਛਾ ਨਹੀਂ ਲੱਗਦਾ ਨਾ ਕਿ ਔਰਤਾਂ ਸਾਡੀਆਂ ਕਿਉਂ ਉੱਥੇ ਇਹ ਮਾਰ ਸਹਿ ਰਹੀਆਂ ਹੋਣ, ਉਹ ਕਿਉਂ ਸਰਦ ਰਾਤਾਂ ਵਿੱਚ ਠਿਠਰ ਦੀਆਂ ਰਾਤਾਂ ਵਿੱਚ ਬੈਠੀਆਂ ਹੋਣ ਤੇ ਅਸੀਂ ਤੇ ਉਹਨਾਂ ਦੇ ਰਖਵਾਲੇ ਆ। ਸੋ ਇਹ ਇਮੀਡੀਏਟਲੀ ਇੱਕ ਖਾਸ ਕਿਸਮ ਦੀ ਗੱਲਬਾਤ ਨੂੰ, ਚਰਚਾ ਨੂੰ ਜਨਮ ਦਿੰਦਾ, ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਭਖਦੀ ਹੈ ਕਿ ਸੁਪਰੀਮ ਕੋਰਟ ਮੇਰੀ ਇੰਨੀ ਜਿਹੜੀ ਧਿਆਨ ਕਰ ਰਹੀ ਹੈ, ਇਹ ਵੀ ਮੇਰੇ ਤੇ 3 ਖੇਤੀ ਬਿੱਲਾਂ ਵਰਗੀ ਮਾਰ ਹੈ ਕਿ ਤੁਸੀਂ ਮੈਨੂੰ ਇਸ ਸਟੇਟਮੈਂਟ ਦੇ ਨਾਲ ਵੀ ਮਾਰ ਰਹੇ ਹੋ। ਹੁਣ ਜਿਸ ਵੇਲੇ ਸਾਡੇ ਘਰਾਂ ਦੇ ਵਿੱਚ ਔਰਤਾਂ ਨੂੰ ਇਹ ਸਾਰਾ ਦਿਨ ਭਾਸ਼ਾ ਸੁਣਾਈ ਦਿੱਤੀ ਹੈ, ਫਿਰ ਉਹਨਾਂ ਨੂੰ ਵੀ ਪੈਟਰੀਆਰਕੀ ਦੀ ਉਸ ਕਿਸਮ ਦੀ ਏਜੰਸੀ ਬਣਾਇਆ ਜਾਂਦਾ ਜਿਹੜੀ ਆਪਣੀ ਧੀ ਨੂੰ ਕਹਿੰਦੀ ਹੈ ਕਿ ਭਾਈ ਤੇਰੇ ਕਰਨ ਦਾ ਕੰਮ ਨਹੀਂ, ਇਹਨੇ ਭਰਾ ਨੂੰ ਭੇਜਦੀ, ਬਾਪੂ ਨੂੰ ਭੇਜਦੀ। ਜਦੋਂ ਅੰਦੋਲਨ ਇਹਨਾਂ ਚੀਜ਼ਾਂ ਨੂੰ ਚੇਂਜ ਕਰੇਗਾ, ਇਹਨਾਂ ਚੀਜ਼ਾਂ ਨੂੰ ਕੁਐਸਚਨ ਕਰੇਗਾ, ਤਾਂ ਤੁਸੀਂ ਨਿਵੇਦਿਤਾ ਮੈਨਨ ਦਾ ਨਾਮ ਲਿਆ, ਉਹਨਾਂ ਦੀ ਕਿਤਾਬ ਹੈ ਸੀਇੰਗ ਲਾਈਕ ਅ ਫੈਮਿਨਿਸਟ। ਇਹ ਗੱਲ ਮੈਨੂੰ ਉਹਦੀ ਕਦੀ ਨਹੀਂ ਭੁੱਲਦੀ। ਉਹਨਾਂ ਨੇ ਕਿਹਾ ਕਿ ਇੱਕ ਮਰਦਾਂ ਤੇ ਔਰਤਾਂ ਦਾ ਇੱਕੋ ਜਿਹਾ ਜਿਹੜਾ ਸਮਾਜ ਹੋਵੇਗਾ, ਜਿਹਦੇ 'ਚ ਇਹ ਅਸਾਮਾਪਨ ਨਹੀਂ ਹੋਵੇਗਾ, ਉਹ ਕਿਹੋ ਜਿਹਾ ਹੋਵੇਗਾ ਵੀ ਡੋਂਟ ਨੋ। ਅਸੀਂ ਕਦੀ ਦੇਖਿਆ ਨਹੀਂ, ਅਸੀਂ ਕਦੀ ਚਿਤਵਿਆ ਨਹੀਂ, ਪਤਾ ਨਹੀਂ ਸਾਡੇ 'ਚ ਇਹ ਸੁਪਨਾ ਲੈਣ ਜੋਗੀ, ਇਹ ਚਿਤਵਨ ਜੋਗੀ ਇਹ ਸਮਰੱਥਾ ਵੀ ਹੈ ਕਿ ਮੈਂ ਮਨ 'ਚ ਇਹ ਸੋਚਾਂ ਵੀ ਕਿ ਜੇ ਸਾਰੇ ਇੱਕੋ ਜਿਹੇ ਹੋਣ ਤਾਂ ਫਿਰ ਕਿਹੋ ਜਿਹਾ ਸਮਾਜ ਹੋਵੇਗਾ। ਵੀ ਡੋਂਟ ਨੋ। ਸੋ ਜਿਹੜੀ ਚੀਜ਼ ਦਾ ਪਤਾ ਨਹੀਂ ਉਹ ਤੋਂ ਡਰ ਬੜਾ ਲੱਗਦਾ। ਸੋ ਇਸ ਕਰਕੇ ਮੈਨੂੰ ਇਹ ਹੈ ਵੀ ਇਹ ਜਿਹੜਾ ਕਿਸਾਨ ਅੰਦੋਲਨ, ਜਿਹੜਾ ਔਰਤਾਂ ਦਾ ਮਸਲਾ ਭਖਿਆ ਹੋਇਆ ਹੈ, ਇਹ ਇਹਨਾਂ ਕਿਸਾਨ ਅੰਦੋਲਨ ਵਿੱਚ ਲੜ ਰਹੀਆਂ ਧਿਰਾਂ ਨੂੰ ਵੀ ਪੁਗੇਗਾ। ਦੇਖੋ ਤੁਸੀਂ ਇਹ ਸਵਾਲ ਤਾਂ ਬਾਰ-ਬਾਰ ਹੀ ਉੱਠ ਰਿਹਾ ਹੈ, ਜਿਨ੍ਹਾਂ ਦੇ ਨਾਲ ਰਲ ਕੇ ਲੜ ਰਹੇ ਹੋ ਉਹਨਾਂ ਦੇ ਨਾਲ ਹੀ ਲੜਨਾ ਵੀ ਪੈ ਸਕਦਾ। ਦੇਖੋ ਇਹੀ ਇੰਟਰਸਟਿੰਗ ਗੱਲ ਹੈ ਜੇ ਇੱਕ ਲਾਈਨ 'ਚ ਕਹਿਣਾ ਹੋਵੇ ਕਿ ਔਰਤਾਂ ਜਦੋਂ ਸਾਡੇ ਲਈ ਲੜ ਰਹੀਆਂ ਨੇ, ਸਾਡੇ ਸਾਥ 'ਚ ਲੜ ਰਹੀਆਂ ਨੇ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਸਾਡੇ ਖਿਲਾਫ ਲੜ ਰਹੀਆਂ ਨੇ ਤਾਂ ਉਹ ਚੰਗੀਆਂ ਨਹੀਂ ਲੱਗਦੀਆਂ ਲੜਦੀਆਂ। ਲੜਦੀ ਔਰਤ ਚੰਗੀ ਨਹੀਂ ਲੱਗਦੀ ਸਾਡੀ ਸੁਸਾਇਟੀ ਨੂੰ, ਤੇ ਖਾਸ ਕਰਕੇ ਜਦੋਂ ਉਹ ਸਾਡੇ ਨਾਲ ਲੜ ਰਹੀ ਆ। ਇੰਨਾ ਹੀ ਇਸੇ ਪੰਜਾਬ ਦੇ ਅੰਦਰ ਜਦੋਂ ਔਰਤ ਲੜੂਗੀ, ਪੰਜਾਬੀ ਯੂਨੀਵਰਸਿਟੀ 'ਚ ਲੜੀ ਸੀ ਤਾਂ ਕਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਸੀ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਵੱਧ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਲੜੀਆਂ ਸੀ ਜਾਂ ਹੋਸਟਲ ਲਈ, ਬਿਲਕੁਲ ਬੇਖੌਫ ਆਜ਼ਾਦੀ ਲਈ ਕਿਸ ਤਰ੍ਹਾਂ ਦਾ ਨੈਰੇਟਿਵ ਉੱਠਿਆ। ਤਾਂ ਜਦੋਂ ਔਰਤਾਂ ਆਪਣੇ ਲਈ ਲੜਦੀਆਂ ਨੇ ਉਦੋਂ ਸਾਡਾ ਰਿਐਕਸ਼ਨ ਬਿਲਕੁਲ ਹੋਰ ਹੈ। ਸੁਪਰੀਮ ਕੋਰਟ ਦਾ ਰਿਐਕਸ਼ਨ ਉਹੀ ਹੈ ਜਿਹੜਾ ਇਹਨਾਂ ਸਾਰੀਆਂ ਧਿਰਾਂ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ, ਪਰ ਉਹਨਾਂ ਨੇ ਥੋੜਾ ਜਿਹਾ ਡੀਸੈਂਟ ਵੇ ਨਾਲ ਤੇ ਪਿਆਰ ਨਾਲ ਕਹਿਤਾ ਵੀ ਬੀਬੀਓ ਤੁਸੀਂ ਚਲੀਆਂ ਜਾਓ, ਇਹ ਤੁਹਾਡੇ ਕਰਨ ਦਾ ਕੰਮ ਨਹੀਂ ਹੈਗਾ। ਠੀਕ ਹੈ, ਕੁੱਲ ਮਿਲਾ ਕੇ ਇਹ ਕਹਿ ਰਹੇ ਨੇ ਕਿ ਲੜਨਾ ਔਰਤ ਦਾ ਕੰਮ ਨਹੀਂ ਹੈ, ਖਾਸ ਕਰਕੇ ਸੱਤਾ ਦੇ ਖਿਲਾਫ ਲੜਨਾ ਔਰਤ ਦਾ ਕੰਮ ਨਹੀਂ ਹੈ, ਚਾਹੇ ਉਹ ਘਰ ਦੇ ਅੰਦਰ ਹੋਵੇ, ਚਾਹੇ ਉਹ ਯੂਨੀਵਰਸਿਟੀਆਂ 'ਚ ਹੋਵੇ, ਚਾਹੇ ਉਹ ਪ੍ਰਸ਼ਾਸਨ ਦੇ ਨਾਲ ਹੋਵੇ, ਤੇ ਚਾਹੇ ਫਿਰ ਉਹ ਮਤਲਬ ਸੈਂਟਰ ਦੀ ਗਵਰਨਮੈਂਟ ਨਾਲ ਹੋਵੇ। ਇਹ ਇਖਤਿਆਰ ਇੱਕ ਖਾਸ ਧਿਰ ਕੋਲ ਹੈ, ਤੇ ਜਦੋਂ ਔਰਤਾਂ ਇਸ ਇਖਤਿਆਰ ਦੇ ਵਿੱਚ ਬਰਾਬਰੀ ਕਰਦੀਆਂ ਨੇ ਫਿਰ ਉਦੋਂ ਖਲਲ ਪੈਂਦਾ, ਸੋਸਾਇਟੀ 'ਚ ਡਿਸਟਰਬੈਂਸ ਹੁੰਦੀ ਹੈ, ਵੱਡੇ ਸਵਾਲ ਖੜੇ ਹੁੰਦੇ ਨੇ। ਜਿਹੜੀ ਮੈਂ ਕਿਹਾ ਸੀ ਕਿ ਇਹ ਘਰਾਂ ਦੀਆਂ ਬਰੂਹਾਂ ਤੱਕ ਲੜਾਈ ਪਹੁੰਚੂਗੀ, ਟਿੱਕਰੀ ਸਾਡੇ ਗੇਟਾਂ ਤੇ ਬਣੂਗਾ, ਉਹ ਅੱਜ ਨਹੀਂ ਬਣੂਗਾ। ਸਾਨੂੰ ਪਤਾ ਹੈ, ਮਤਲਬ ਤੁਸੀਂ ਜ਼ਮੀਨ ਤਿਆਰ ਹੋ ਰਹੀ ਹੈ। ਤੁਹਾਨੂੰ ਪਤਾ ਨਹੀਂ ਹੋਣਾ ਸ਼ਾਇਦ ਕਿ ਜਦੋਂ ਕੁੜੀਆਂ ਮਤਲਬ ਇੰਡੀਪੈਂਡੈਂਟਲੀ ਕੱਲੀਆਂ ਕੁੜੀਆਂ ਅੰਦੋਲਨ ਦੇ ਵਿੱਚ ਜਾਣੀਆਂ ਸ਼ੁਰੂ ਕੀਤੀਆਂ ਤਾਂ ਉੱਥੇ ਪ੍ਰੋਬਲਮ ਆਈ ਕਿ ਕੀ ਯੰਗ ਕੁਆਰੀਆਂ ਕੁੜੀਆਂ ਨੂੰ ਅੰਦੋਲਨ 'ਚ ਰੱਖਣਾ ਸੇਫ ਹੈ। ਦੋਨੇ ਤਰੀਕਿਆਂ ਨਾਲ ਹੀ, ਕਿ ਕੁੜੀ ਲਈ ਸੇਫ ਹੈ ਤੇ ਕੀ ਅੰਦੋਲਨਕਾਰੀਆਂ ਲਈ ਸੇਫ ਹੈ। ਸਾਡੇ ਅੰਦੋਲਨਕਾਰੀ ਵੀ ਤਾਂ ਕਿਤੇ ਕੋਈ ਗੜਬੜ ਨਹੀਂ ਕਰਨਗੇ, ਮਤਲਬ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤਾਂ ਇਹਦਾ ਮਤਲਬ ਕੀ ਹੈ ਕਿ ਤੁਸੀਂ ਦੇਖੋ ਇੱਕ ਆਰਗੂਮੈਂਟ ਨੂੰ ਇੱਥੋਂ ਤੱਕ ਲੈ ਕੇ ਆਏ ਅੰਦੋਲਨਕਾਰੀ ਕਿ ਸਾਡੀਆਂ ਕੁੜੀਆਂ ਸਭ ਤੋਂ ਜ਼ਿਆਦਾ ਅੰਦੋਲਨ ਦੇ ਵਿੱਚ ਸੇਫ ਨੇ ਤੇ ਅੰਦੋਲਨਕਾਰੀਆਂ ਕਰਕੇ ਇਲਾਕੇ ਦੀਆਂ ਔਰਤਾਂ ਵੀ ਸੇਫ ਹੋਈਆਂ ਨੇ। ਇੱਕ ਐਗਜ਼ਾਮਪਲ ਛੋਟੀ ਜਿਹੀ ਦੇਣਾ ਚਾਹੂੰਗੀ, ਜਿਹੜੀ ਚੀਜ਼ ਮੈਨੂੰ ਸਭ ਤੋਂ ਖੂਬਸੂਰਤ ਲੱਗੀ, ਜੇ ਮੈਨੂੰ ਕੋਈ ਕਹੇ ਵੀ ਤੁਸੀਂ ਮੈਂ ਸਾਰੀ ਜ਼ਿੰਦਗੀ ਜਿਸ ਯਾਦ ਨੂੰ ਸਾਂਭ ਕੇ ਰੱਖਣਾ ਚਾਹੂੰਗੀ ਇਸ ਅੰਦੋਲਨ ਦੀ ਨੂੰ, ਇਹ ਹੈ ਕਿ ਅਸੀਂ ਯੂਨੀਵਰਸਿਟੀ ਦੀਆਂ ਕੁੜੀਆਂ ਕੱਲੀਆਂ ਰਾਤ ਨੂੰ ਇੱਥੋਂ ਮਤਲਬ
ਦਿੱਲੀ ਜਾ ਸਕਦੇ ਸੀ ਬਿਨਾਂ ਕਿਸੇ ਡਰ ਦੇ ਕਿ ਕੋਈ ਗੱਲ ਨਹੀਂ ਅੱਗੇ ਹੋਰ ਕੁਝ ਨਾ ਮਿਲੂਗਾ ਤਾਂ ਲਿਫਟ ਲੈ ਲਈ ਜਾਊਗੀ। ਹਾਂ, ਰਾਜ ਨੌਜਵਾਨ ਆ ਜਾ ਰਹੇ ਨੇ ਸਾਰੇ ਲੜਨ ਵਾਲੇ, ਇਹ ਜਿਹੜੀ ਨਿਡਰਤਾ ਸੀ ਕਿ ਇਹ ਸਾਥੀ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੋਗੀ, ਸਾਨੂੰ ਕੋਈ ਦਿੱਕਤ ਨਹੀਂ ਹੋਗੀ ਤੇ ਅਸੀਂ ਬੇਖੌਫ ਹੋ ਕੇ ਜਿਹੜਾ ਘੁੰਮਿਆ। ਬ੍ਰੇਕ ਲੈਣ ਨਹੀਂ ਰੁਕਣਾ ਪੈ ਰਿਹਾ। ਸਰਬਜੀਤ ਬੇਸਿਕਲੀ ਕਹਿ ਰਹੇ ਨੇ ਕਿ ਰਸਤੇ ਵਿੱਚ ਕੋਈ ਕਿਸੇ ਕਿਸਮ ਦੀ ਕੀ ਕਹਿੰਦੇ ਆ ਇਸ ਕਿਸਮ ਦੀ ਅਸੁਰੱਖਿਆ ਦੀ ਭਾਵਨਾ ਨਹੀਂ ਸੀ, ਮਰਦਗਰਦੀ ਨਹੀਂ ਹੋਏਗੀ। ਗੁੰਡਾਗਰਦੀ ਦੇ ਕਈ ਨਾਮ ਹੁੰਦੇ ਨੇ ਜਿਹਦੇ 'ਚ ਇੱਕ ਮਰਦਗਰਦੀ ਹੈ ਤੇ ਅੰਦੋਲਨ ਜਿਹੜਾ ਉਸ ਕਿਸਮ ਦੀ ਗੁੰਡਾਗਰਦੀ ਦੇ ਵੀ ਖਿਲਾਫ ਹੈ। ਵਿਲ ਕੀਪ ਟਾਕਿੰਗ ਅਬਾਊਟ ਦਿਸ। ਪਰ ਇਹਨਾਂ ਸਵਾਲਾਂ ਦੇ ਨਾਲ ਵੀ ਕਿ ਜਿਹੜੀ ਇਹ ਅੰਦੋਲਨ ਜਿਹੜਾ ਇਸ ਬਰੂਹਾਂ ਤੇ ਨਹੀਂ ਹੋ ਰਿਹਾ ਨਾ, ਅੰਦੋਲਨ ਤੇ WhatsApp ਤੇ ਹੋ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ, ਟਵਿੱਟਰ ਤੇ Facebook ਤੇ ਉੱਤੇ ਹੋ ਰਿਹਾ, ਉੱਥੇ ਔਰਤਾਂ ਕਿਵੇਂ ਲੜ ਰਹੀਆਂ ਨੇ ਤੇ ਇਹ ਔਰਤਾਂ ਦੇ ਅੰਦੋਲਨ ਦੇ ਪਿੱਛੇ, ਕਿਸਾਨ ਅੰਦੋਲਨ ਤੋਂ ਪਹਿਲਾਂ ਦੀ ਜਿਹੜੀ ਜ਼ਮੀਨ ਹੈ ਉਹ ਤਿਆਰ ਕਰਨ ਵਾਲੀਆਂ ਕਿਹੜੀਆਂ ਔਰਤਾਂ ਸਨ। ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਹਾਂ ਔਰਤਾਂ ਦੇ ਅੰਦੋਲਨ ਬਾਰੇ, ਜਿਹੜਾ ਕਿਸਾਨ ਅੰਦੋਲਨ ਦੀਆਂ ਸਫਾਂ ਦੇ ਨਾਲ ਚੱਲ ਰਿਹਾ ਤੇ ਅੰਤਰਰਾਸ਼ਟਰੀ ਦਿਹਾੜੇ ਬਾਰੇ ਔਰਤਾਂ ਦੇ ਉਸ ਦੇਸ਼ ਦੇ ਵਿੱਚ ਜਿੱਥੇ ਵਿਮਨ ਰਿਜ਼ਰਵੇਸ਼ਨ ਦੇ ਬਿੱਲ ਨੂੰ ਲਟਕਦਿਆਂ ਮੈਂ ਸਾਰੀ ਜਵਾਨੀ ਗਵਾ ਲਈ ਹੈ ਤੇ ਉਹਨਾਂ ਦੇ ਉਮਰ 'ਚ ਆ ਗਿਆ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਨਵਪ੍ਰੀਤ ਕੌਰ ਜੀ ਅਤੇ ਸਰਬਜੀਤ ਕੌਰ ਜੀ। ਨਵਪ੍ਰੀਤ, ਤੁਸੀਂ ਇੱਕ ਤਾਂ ਜਿਹੜਾ ਪਿਛਲਾ ਪੁਆਇੰਟ ਸੀ ਉਹਦੇ ਬਾਰੇ ਕੁਝ ਕਹਿਣਾ ਚਾਹ ਰਹੇ ਸੀ। ਮੈਂ ਜਸਟ ਇੱਕ ਰੇਖਾਂਕਿਤ ਕਰਨਾ ਚਾਹ ਰਿਹਾ ਸੀ ਕਿ ਕਿਸਾਨ ਅੰਦੋਲਨ ਤੋਂ ਪਹਿਲਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਅਸੀਂ ਲੜਾਈਆਂ ਦੇਖੀਆਂ, ਦਲਿਤਾਂ ਦੀ 1/3 ਜ਼ਮੀਨ ਲਈ ਬੋਲੀਆਂ ਦੀ ਲੜਾਈ ਦੇਖੀ ਹੈ, ਆਂਗਨਵਾੜੀ ਵਰਕਰਸ ਨੂੰ ਲੜਦਿਆਂ ਦੇਖਿਆ, ਮਿਡ ਡੇ ਮੀਲ ਵਰਕਰਸ ਨੂੰ ਲੜਦਿਆਂ ਦੇਖਿਆ, ਆਸ਼ਾ ਵਰਕਰਾਂ ਨੂੰ ਲੜਦਿਆਂ ਦੇਖਿਆ, ਨਰੇਗਾ ਲਈ, ਮਹਾਤਮਾ ਗਾਂਧੀ ਰੋਜ਼ਗਾਰ ਯੋਜਨਾ ਦੇ ਲਈ ਲੜਾਈ ਦੇ ਵਿੱਚ ਔਰਤਾਂ ਮੋਢੀ ਰਹੇ। ਇਹ ਸਾਰੀਆਂ ਉਹ ਲੜਾਈਆਂ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੜਨ ਵਾਲੀ ਔਰਤ ਦਾ ਇੱਕ ਤਸਵੀਰ ਜਿਹੜੀ ਹੈ ਸਿਰਜੀ ਹੈ, ਉਹ ਇੱਕ ਜ਼ਮੀਨ ਤਿਆਰ ਕੀਤੀ ਹੈ। ਅਚਾਨਕ ਨਹੀਂ ਹੈ ਕਿ ਕਿਸਾਨ ਅੰਦੋਲਨ ਲਈ ਔਰਤਾਂ ਅਚਾਨਕ ਤਿਆਰ ਹੋ ਗਈਆਂ ਨੇ। ਲੋਟ ਆਫ ਗਰਾਊਂਡਿੰਗ ਹੈਜ਼ ਟੇਕਨ ਪਲੇਸ। ਇਹ ਠੀਕ ਹੈ ਕਿ ਉਹ ਫੇਸਬੁੱਕ ਤੇ ਨਹੀਂ ਸਨ, ਉਹ WhatsApp ਤੇ ਨਹੀਂ ਸਨ ਤੇ ਮੀਡੀਆ ਉਸ ਵੇਲੇ ਇਸ ਕਿਸਮ ਦੇ ਨਾਲ ਉਹਨਾਂ ਤੇ ਫੋਕਸ ਨਹੀਂ ਕਰਦਾ। ਮੀਡੀਆ ਤੇ ਵੈਸੇ ਵੀ ਦਲਿਤ ਮਜ਼ਦੂਰ ਨੂੰ ਕਿੰਨੀ ਕੁ ਜਗ੍ਹਾ ਦੇਗਾ ਤੇ ਨਰੇਗਾ ਨੂੰ ਕਿੰਨੀ ਕੁ ਜਗ੍ਹਾ ਦੇਗਾ। ਇਹ ਤਾਂ ਜੇ ਬੈਰੀਕੇਡਾਂ ਸਨਮਾਨਯੋਗ ਸਤਿਕਾਰਯੋਗ ਖੱਟਰ ਸਾਹਿਬ ਨੇ ਨਾਲ ਆਈਆਂ ਹੁੰਦੀਆਂ ਤੇ ਸ਼ਾਇਦ ਉੱਥੇ ਵੀ ਕੈਮਰੇ ਕੁਝ ਘੱਟ ਜਾਂਦੇ। ਸੋ ਇਸ ਜੈਂਡਰ ਡਿਸਕੋਰਸ ਬਾਰੇ ਜਿਹੜੀ ਇਹਦੀ ਇੱਕ ਪ੍ਰੋਗਰੈਸ ਹੈ, ਮੈਨੂੰ ਇਹ ਸੀਗਾ ਵੀ ਇਹ ਕਿੱਥੇ ਜਾ ਕੇ ਉਹ ਕ੍ਰਿਟੀਕਲ ਮੂਮੈਂਟ ਆਏਗੀ ਜਿਹੜੀ ਔਰਤਾਂ ਦੇ ਅੰਦੋਲਨ ਨੂੰ ਇਸ ਕਦਰ ਭਖਾ ਦੇਵੇ ਜਿਵੇਂ ਸਿੰਘੂ ਟੀਕਰੀ ਤੱਕ ਪਹੁੰਚ ਨੇ ਭਖਾ ਦਿੱਤਾ ਸੀ, ਜਿਵੇਂ ਬੈਰੀਕੇਡਾ ਪੁੱਟ ਕੇ ਇੱਥੇ ਗਏ ਸੀ। ਓਕੇ, ਦੋ ਗੱਲਾਂ। ਇੱਕ ਤਾਂ ਪਿਛਲੀ ਜਿਹੜੀ ਗੱਲ ਹੈ ਉਹਦੇ ਨਾਲ ਜੋੜਦੇ ਹੋਏ ਮੈਂ ਕਹਾਂਗੀ ਕਿ ਜਿੰਨੇ ਵੀ ਅੰਦੋਲਨ ਨੇ ਉਹਨਾਂ ਨੂੰ ਔਰਤਾਂ ਆਪਣੀਆਂ ਫਰੰਟ ਲਾਈਨਸ ਤੇ ਚਾਹੀਦੀਆਂ ਹੁੰਦੀਆਂ ਨੇ, ਰਿਪਰੈਜ਼ੈਂਟੇਸ਼ਨ ਲਈ ਵੀ ਚਾਹੀਦੀਆਂ ਹੁੰਦੀਆਂ ਨੇ ਤੇ ਸ਼ਾਇਦ ਕਿਸੇ ਤਰ੍ਹਾਂ ਦੀ ਸੇਫਟੀ ਲਈ ਵੀ ਚਾਹੀਦੀਆਂ ਹੁੰਦੀਆਂ ਨੇ, ਕਿਉਂਕਿ ਡੰਡੇ ਵਰਾਉਣ ਤੋਂ ਪਹਿਲਾਂ ਪੁਲਿਸ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਇਹ ਥੋੜਾ ਸੋਚਿਆ ਜਾਏ। ਸੋ ਉਹ ਭਾਵੇਂ ਤੁਹਾਡੇ 90 ਦੇ ਦਹਾਕਿਆਂ ਦੇ ਵਿੱਚ ਜਿਹੜਾ ਅੰਦੋਲਨ ਹੋਇਆ ਬਾਬਰੀ ਮਸਜਿਦ ਜਦੋਂ ਤੋੜੀ ਗਈ ਹੈ ਉਹਦੇ ਵਿੱਚ ਹੋਏ, ਭਾਵੇਂ ਜਦੋਂ ਤੁਹਾਡੇ ਐਂਟੀ ਮੰਡਲ ਪ੍ਰੋਟੈਸਟ ਹੋਏ ਉਹਦੇ 'ਚ ਤੁਸੀਂ ਪੁਰਾਣਾ, ਮੇਰਾ ਕਿਉਂਕਿ ਆਪਣਾ ਕੰਮ ਉਹਦੇ ਤੇ ਹੈ, ਰਿਸਰਚ ਉਹਦੇ ਤੇ ਹੈ, ਤੇ ਉਹ ਤੁਸੀਂ ਪੁਰਾਣੀਆਂ ਤਸਵੀਰਾਂ ਕੱਢ ਕੇ ਦੇਖੋ, ਔਰਤਾਂ ਬਿਲਕੁਲ ਫੋਰਫਰੰਟ ਤੇ ਸੀ। ਤੇ ਜਿਹੜਾ ਤੁਸੀਂ ਉਹ ਕਹਿ ਰਹੇ ਹੋ ਕਿ ਇੱਥੇ ਉਹ ਪਿੱਟ ਸਿਆਪਾ ਕਰ ਰਹੀਆਂ ਨੇ, ਬਿਲਕੁਲ ਪਿੱਟ ਸਿਆਪਾ ਉੱਥੇ ਵੀ ਉਹ ਕਰ ਰਹੀਆਂ ਸੀ, ਫੋਟੋਗ੍ਰਾਫਸ ਨੇ ਬਕਾਇਦਾ। ਸੋ ਪਿੱਟ ਸਿਆਪਾ ਕਰਨਾ ਤਾਂ ਔਰਤ ਦੇ ਹਿੱਸੇ ਆਇਆ ਹੀ ਹੈ, ਉਹ ਅੰਦੋਲਨਾਂ ਦੇ ਵਿੱਚ ਵੀ ਕਰਦੀ ਹੈ, ਉਹ ਪਰਫਾਰਮੈਂਸ ਉਹਨੇ ਕਰਨੀ ਹੈ। ਤੇ ਦੂਜੀ ਜਿਹੜੀ ਤੁਸੀਂ ਗੱਲ, ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਸੋ ਸਾਰੇ ਅੰਦੋਲਨਾਂ ਨੂੰ ਚਾਹੀਦਾ ਹੈ, ਕਿਸਾਨ ਅੰਦੋਲਨ ਨੂੰ ਵੀ ਚਾਹੀਦਾ। ਸੋ ਮੈਂ ਇਹਦੇ ਨਾਲ ਪਾਰਟਿਕੂਲਰ ਗੱਲ ਕਹਿੰਦੇ ਹੁੰਦੇ ਸੀ ਕਿ ਔਰਤਾਂ ਸਿਰਫ ਸ਼ੀਲਡ ਨਹੀਂ ਹੈ, ਲੰਬੇ ਚੱਲਣ ਵਾਲੇ ਅੰਦੋਲਨ, ਸ਼ੀ ਵੁਡ ਆਫਨ ਸੇ ਕਿ ਜਿਹੜੇ ਲੰਬੇ ਚੱਲਣ ਵਾਲੇ ਅੰਦੋਲਨ ਨੇ ਉਹਨਾਂ ਦੀ ਸਸਟੇਨੇਬਿਲਟੀ ਔਰਤਾਂ ਤੇ ਹੀ ਨਿਰਭਰ ਕਰਦੀ ਹੁੰਦੀ ਹੈ ਤੇ ਲੰਬਾ ਸਮਾਂ ਲੜਨ ਦੀ ਸ਼ਕਤੀ ਔਰਤਾਂ ਨੇ ਬਾਰ-ਬਾਰ ਸਾਬਿਤ ਕੀਤੀ। ਉਹ ਨਰਮਦਾ ਬਚਾਓ ਅੰਦੋਲਨ ਦਾ ਅਕਸਰ ਇਸ ਸੰਦਰਭ ਵਿੱਚ ਜ਼ਿਕਰ ਕਰਦੇ ਨੇ। ਡੈਫੀਨਿਟਲੀ ਸਵਾਰਡ ਆਲਸੋ, ਤਲਵਾਰ ਵੀ ਨਹੀਂ, ਸਿਰਫ ਢਾਲ ਨਹੀਂ ਹੈਗੀ। ਇਸ ਭਾਵੇਂ ਉਹ ਕਿਸਾਨ ਅੰਦੋਲਨ ਹੋਏ, ਨਰਮਦਾ ਵਰਗੇ ਜਿਹੜੇ ਅੰਦੋਲਨ ਨੇ ਜਿੱਥੇ ਮੇਧਾ ਇੱਕ ਵੱਡੇ ਚਿਹਰੇ ਦੇ ਰੂਪ ਵਿੱਚ ਉੱਭਰ ਕੇ ਆਉਂਦੀ ਹੈ, ਇੱਕ ਔਰਤ ਦਾ ਚਿਹਰਾ ਹੈ। ਸੋ ਕਿੰਨੇ ਹੋਰ ਅੰਦੋਲਨ ਤੁਸੀਂ ਦੇਖੋਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਇੱਕ ਔਰਤ ਦਾ ਚਿਹਰਾ ਅੰਦੋਲਨ ਦੇ ਚਿਹਰੇ, ਅੰਦੋਲਨ ਦੇ ਚਿਹਰੇ ਦੇ ਰੂਪ ਦੇ ਵਿੱਚ ਉੱਭਰ ਕੇ ਆਇਆ ਹੋਏ। ਪਹਿਲੀ ਤਾਂ ਗੱਲ ਇਹ ਹੈ। ਤੇ ਦੂਜਾ ਜਿਹੜਾ ਤੁਸੀਂ ਲਾਰਜਰ ਸਵਾਲ ਪੁੱਛ ਰਹੇ ਹੋ ਕਿ ਕਿਸ ਤਰੀਕੇ ਨਾਲ ਹੁਣ ਇਹ ਜਿਹੜਾ ਪੁਰਾਣੀ
ਲੰਬਾ ਕੰਮ ਹੋਇਆ ਹੈ ਪੰਜਾਬ ਦੇ ਵਿੱਚ, ਇੱਕ ਲੰਬਾ ਕੰਮ ਹੋਇਆ ਹੈ ਅੰਦੋਲਨਾਂ ਦੇ, ਬਹੁਤ ਸਾਰੇ ਅੰਦੋਲਨ ਨੇ, ਭਾਵੇਂ ਉਹ ਆਂਗਨਵਾੜੀ ਵਰਕਰਸ ਹੋਣ, ਭਾਵੇਂ ਉਹ ਨਰੇਗਾ ਵਾਲੀਆਂ ਹੋਣ, ਹੈ ਨਾ, ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉੱਠੀਆਂ ਨੇ। ਸੋ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਅਸੀਂ ਕਹਿੰਦੇ ਨਾ ਅੰਦੋਲਨ ਕਿਵੇਂ ਭਖੇਗਾ, ਐਸਪੀ ਜੀ ਮੈਨੂੰ ਇਹ ਅੰਦੋਲਨ ਦਾ ਜਿਹੜਾ ਆਈਡੀਆ ਹੈ ਨਾ ਉਹਦੇ ਤੇ ਵੀ ਬਹੁਤ ਜ਼ਬਰਦਸਤ ਤਰੀਕੇ ਦੀ ਆਬਜੈਕਸ਼ਨ ਹੈ, ਹੈ ਨਾ। ਇਹ ਜਿਹੜਾ ਆਈਡੀਆ ਹੈ ਅੰਦੋਲਨ ਦਾ, ਇਹ ਬਹੁਤ ਹੀ ਮੈਸਕੂਲਿਨ ਆਈਡੀਆ ਹੈ ਅੰਦੋਲਨ ਦਾ, ਸੌਰੀ ਟੂ ਸੇ। ਉਹ ਅੰਦੋਲਨ ਨੇ ਨਾ ਜਿਹੜਾ ਸਾਡੇ ਲਈ, ਜਿਹੜੇ ਅੰਦੋਲਨ ਨੇ, ਇੱਕ ਮਿੰਟ ਸਾਡੇ ਲਈ ਜਿਹੜੇ ਅੰਦੋਲਨ ਨੇ ਨਾ ਉਹ ਘਰਾਂ ਦੇ ਵਿੱਚ ਭਖੇ ਹੋਏ ਹੀ ਨੇ। ਜਿਹੜੀਆਂ ਕੁੜੀਆਂ ਰੋਜ਼ਾਨਾ ਇਸ ਲਈ ਉਹਨਾਂ ਨੂੰ ਉਹ ਪ੍ਰੋਟੈਸਟ ਕਦੇ ਬਾਹਰ ਨਹੀਂ ਆਉਂਦੇ। ਹਾਂ, ਉਹ ਕੁੜੀ ਜਿਹੜੀ ਲੜ ਰਹੀ ਹੁੰਦੀ ਹੈ ਕਿ ਮੈਨੂੰ ਐਡਮਿਸ਼ਨ ਚਾਹੀਦੀ ਹੈ ਕਾਲਜ ਦੇ ਵਿੱਚ, ਮੈਂ ਅੱਗੇ ਪੜ੍ਹਨਾ ਹੈ, ਜਿਹੜੀ ਉਹ ਕੁੜੀ ਮਾਪੇ ਦੇ ਨਾਲ ਅੰਦਰੋਂ ਅੰਦਰ ਲੱਗਦਾ ਕਿ ਖਬਰ ਨਾ ਹੋ ਜੇ ਕਿਸੇ ਨੂੰ, ਕਹਿੰਦੀ ਹੈ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ, ਆਪਣੀ ਮਰਜ਼ੀ ਨਾਲ ਕਿਸੇ ਨਾਲ ਵਿਆਹ ਕਰਾਉਣਾ, ਮੈਨੂੰ ਉਹ ਭਖਿਆ ਹੋਇਆ ਅੰਦੋਲਨ ਲੱਗਦਾ। ਸਿਰਫ ਨਾਰੀਵਾਦ ਦੀ ਜਿਹੜਾ ਅੰਦੋਲਨ ਹੈ ਉਹ, ਜਿਵੇਂ ਕਿ ਨਿਵੇਦਿਤਾ ਹੀ ਇੱਕ ਕਿਸੇ ਜਗ੍ਹਾ ਕਹਿ ਰਹੇ ਸੀ ਕਿ ਇਹ ਤਾਂ ਮਤਲਬ ਸਾਡੇ ਬੈਡਰੂਮਾਂ ਦੇ ਵਿੱਚ ਵੀ ਹੋ ਰਿਹਾ ਹੁੰਦਾ। ਸੋ ਇਹ ਤੁਸੀਂ ਸਾਡੀ ਜਿਹੜਾ ਅੰਦੋਲਨ ਦਾ ਆਈਡੀਆ ਹੈ, ਮੈਨੂੰ ਇੱਦਾਂ ਲੱਗਦਾ ਸਾਨੂੰ ਉਹਨੂੰ ਬਦਲਣਾ ਪਏਗਾ। ਇਹ ਬਹੁਤ ਮੈਸਕੂਲਿਨ ਆਈਡੀਆ ਹੈ ਅੰਦੋਲਨ ਦਾ, ਜਿੱਥੇ ਅੰਦੋਲਨ ਤੁਸੀਂ ਸੋਚਦੇ ਹੋ ਸੜਕਾਂ ਦੇ ਉੱਤੇ ਖੜੇ ਹੋ ਕੇ, ਯੈਸ ਹੈ, ਬਟ ਉਹ ਤੋਂ ਇਲਾਵਾ ਹੋਰ ਸਾਡੇ ਲਈ ਅੰਦੋਲਨ ਦਾ ਆਈਡੀਆ ਬਹੁਤ ਡਿਫਰੈਂਟ ਹੈ, ਕਿਉਂਕਿ ਸਾਡਾ ਐਕਸਪੀਰੀਅੰਸ ਅੰਦੋਲਨ ਦਾ ਬਹੁਤ ਅਲੱਗ ਹੈ, ਸਾਡੀ ਲੜਾਈ ਰਾਦਰ ਅਲੱਗ ਹੈ। ਹਾਂ, ਸਾਡੇ ਲਈ ਅੰਦੋਲਨ ਤਾਂ ਸਾਡੇ ਲਈ ਤਾਂ ਰੋਜ਼ਾਨਾ ਅੰਦੋਲਨ ਹੈ, ਅਸੀਂ ਤਾਂ ਰੋਜ਼ਾਨਾ ਮੋਰਚੇ ਲਾਉਂਦੇ ਹਾਂ। ਨਾਲੇ ਸਾਡੇ ਲਈ ਕੋਈ ਇੱਕ ਸਟੇਟ ਨਹੀਂ ਹੋਣਗੇ, ਕੁਝ ਸਵਾਲ ਮੇਰੇ ਕੋਲ ਇਸ ਲਈ ਨਹੀਂ ਹੋਣਗੇ ਕਿਉਂਕਿ ਮੈਂ ਔਰਤ ਨਹੀਂ ਹਾਂ, ਇਸ ਕਰਕੇ ਉਹ ਸਵਾਲ ਮੈਨੂੰ ਨਹੀਂ ਸੁਝਣਗੇ। ਇਸ ਕਰਕੇ ਅੰਦੋਲਨ ਦੇ ਕੀ ਮਾਇਨੇ ਹੁੰਦੇ ਨੇ, ਜਾਂ ਹਰ ਉਹ ਔਰਤ ਜਿਹੜੀ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਘਰੋਂ ਨਿਕਲਦੀ ਹੈ ਤਾਂ ਉਹ ਬਾਜ਼ਾਰ ਤੱਕ ਜਾਣਾ ਤੇ ਵਾਪਸ ਆਣਾ ਉਹਦੇ ਲਈ ਇੱਕ ਅੰਦੋਲਨ ਦਾ ਕਰਮ ਹੁੰਦਾ ਹੈ। ਇਹ ਸੋਚਣਾ ਕਿ ਮੈਂ ਇਸ ਲੜਕੇ ਨਾਲ ਵਿਆਹ ਕਰਾ ਸਕਦੀ ਹਾਂ ਜਾਂ ਨਹੀਂ, ਬਾਪ ਨਾਲ ਗੱਲ ਮੈਂ ਸ਼ੁਰੂ ਕਰਾਂ ਕਿ ਪਹਿਲਾਂ ਮੰਮੀ ਨੂੰ ਕਵਾਂ, ਕਿੰਨੀ ਦੇਰ ਛੁਪਾ ਕੇ ਰੱਖਾਂ ਕਿ ਘਰੋਂ ਭੱਜ ਜਾਈਏ, ਉਹ ਇੱਕ ਭਖੇ ਹੋਏ ਅੰਦੋਲਨ ਵਿੱਚ ਹੁੰਦੀ ਹੈ। ਤੇ ਅਸੀਂ ਅੰਦੋਲਨ ਨੂੰ ਸਿਰਫ ਇਕੱਠ ਦਾ, ਵਡੇਰੇ ਇਕੱਠ ਦਾ, ਇੱਕ ਪਰਫਾਰਮੈਂਸ ਆਰਟ ਤੱਕ ਸੀਮਿਤ ਕਰ ਰੱਖਿਆ। ਤੇ ਇਹਦੇ ਵਿੱਚ ਕਿੰਨੀ ਮੈਸਕੂਲਿਨਿਟੀ ਹੈ ਸਾਨੂੰ ਦਿਸਦੀ ਨਹੀਂ ਹੈ। ਜਿਸ ਵੇਲੇ ਕੋਈ ਲੀਡਰ ਸੀਨਾ ਤਾਣ ਕੇ ਕਹਿੰਦਾ ਕਿ 56 ਇੰਚ ਦਾ ਸੀਨਾ, ਤੇ ਸਾਨੂੰ ਇਹ ਨਹੀਂ ਦਿਸਦਾ ਕਿ ਕਿੰਨੀ ਪੈਟਰੀਆਰਕਲ ਲੈਂਗੁਏਜ ਹੈ, ਇਹ ਕਿੰਨੀ ਮਰਦਾਗਰਦੀ ਵਾਲੀ ਇਹ ਭਾਸ਼ਾ ਹੈ, ਇਹ ਨੀਅਰ ਗੁੰਡਾਗਰਦੀ ਹੈ। ਔਰ ਇਹ ਹਿੰਦੁਸਤਾਨ ਦਾ ਇੱਕ ਨੁਮਾਇਆ ਡੈਮੋਕ੍ਰੈਟਿਕਲੀ ਚੁਣਿਆ ਨੇਤਾ ਕਹਿ ਰਿਹਾ ਹੁੰਦਾ ਤਾਂ ਉਹਦੇ ਵਿੱਚ ਐਂਕਰ ਟਪਲੇ ਖਾ ਸਕਦੇ ਨੇ ਕਿ ਮੈਂ ਜਿਹੜੀ ਭਾਸ਼ਾ ਵਰਤ ਰਿਹਾ ਉਹਦੀਆਂ ਜਿਹੜੀਆਂ ਅੰਦਰਲੀਆਂ ਪੈਟਰੀਆਰਕਲ ਲੇਅਰਸ ਨੇ ਉਹਦੇ ਅਸੀਂ ਤੇ ਇਮਿਊਨ ਹੋ ਚੁੱਕੇ ਹਾਂ, ਸਾਨੂੰ ਪਤਾ ਵੀ ਨਹੀਂ ਲੱਗਦੀਆਂ। ਹਾਊਸ ਇਹ ਜਿਹੜਾ ਅੰਤਰਰਾਸ਼ਟਰੀ ਦਿਹਾੜਾ ਹੈ ਤੇ ਵਿਮਨ ਦਾ ਅੰਦੋਲਨ ਹੈ, ਨਾਓ ਆਈ ਐਮ ਵੈਰੀ ਕੇਅਰਫੁਲ ਜਦੋਂ ਮੈਂ ਸ਼ਬਦ ਅੰਦੋਲਨ ਕਹਾਂ ਤਾਂ ਉਹਦੇ ਕੀ ਮਾਇਨੇ ਹੋਣਗੇ। ਆਈ ਹੋਪ ਕਿ ਮੈਂ ਤੇ ਦਰਸ਼ਕ ਮਿਹਨਤ ਕਰਕੇ ਨਵਪ੍ਰੀਤ ਹਰਾਂ ਵਾਲੇ ਉਸ ਇੱਕ ਪੇਜ ਤੇ ਆ ਜਾਵਾਂਗੇ ਜਦੋਂ ਅਸੀਂ ਅੰਦੋਲਨ ਸ਼ਬਦ ਵਰਤਦੇ ਹਾਂ। ਇਹ ਕੈਂਪਸਿਸ ਤੇ ਕੀ ਹਾਲ ਹੈ? ਤੁਸੀਂ ਇੱਕ ਕੈਂਪਸ ਤੋਂ ਆਉਂਦੇ ਹੋ, ਤੁਸੀਂ ਦੋਨੋਂ ਲੋਕ ਕੈਂਪਸ ਤੋਂ ਆਉਂਦੇ ਹੋ, ਹਾਊ ਇਜ਼ ਇਟ? ਤੁਸੀਂ ਇੱਕ ਇਹੋ ਜਿਹੀ ਯੂਨੀਵਰਸਿਟੀ ਦੇ ਨਾਲ ਵਾਬਸਤਾ ਹੋ ਜਿੱਥੇ ਇੱਕ ਜ਼ਬਰਦਸਤ ਲੜਾਈ ਜ਼ਿੰਦਾ ਰਹਿਣ ਦੀ ਚੱਲ ਰਹੀ ਹੈ ਯੂਨੀਵਰਸਿਟੀ ਦੇ, ਜਿੱਥੇ ਯੂਨੀਵਰਸਿਟੀ ਦਾ ਗਲਾ ਸਰਕਾਰ ਘੋਟ ਰਹੀ ਹੈ। ਮੈਂ ਇੱਕ ਚਰਚਾ ਅਸੀਂ ਦਲੀਲ ਦੇ ਵਿੱਚ ਵੀ ਕੀਤੀ ਸੀ ਔਰ ਬਹੁਤ ਸਾਰੇ ਮੇਰੇ ਪ੍ਰੋਫੈਸਰ ਮਿੱਤਰਾਂ ਨੇ ਇਹ ਪ੍ਰਭਾਵ ਵੀ ਲਿਆ ਕਿ ਚਰਚਾ ਆਲਮੋਸਟ ਇਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਪ੍ਰੋਫੈਸਰਾਂ ਦਾ ਹੀ ਸਾਰਾ ਕਸੂਰ ਕੱਢਿਆ ਜਾ ਰਿਹਾ ਹੈ ਤੇ ਜਦੋਂ ਕਿ ਕਸੂਰ ਜਿਹੜਾ ਉਹ ਸਰਕਾਰ ਦਾ ਕੱਢਣਾ ਚਾਹੀਦਾ ਸੀਗਾ। ਤੇ ਇਹ ਦੇਖ ਕੇ ਮੈਨੂੰ ਲੱਗਿਆ ਵੀ ਕਿ ਇਹ ਪ੍ਰਭਾਵ ਲਿਆ ਵੀ ਜਾ ਸਕਦਾ ਹੈ and which is not the intention, which wasn't certainly the intention। ਤੇ ਐਂਕਰ ਦੀਆਂ ਕਈ ਲਿਮਿਟੇਸ਼ਨਸ ਹੋਣਗੀਆਂ, ਕਈ ਕਿਤੇ ਉਹ ਅਵਗਿਆ ਕੀਤੀ ਹੋਵੇਗੀ ਉਸਨੇ, that those questions apart। ਇਹ ਵਿਮਨ ਅੰਦੋਲਨ, ਵਿਮਨ ਮੂਵਮੈਂਟ, ਫੈਮਿਨਿਸਟ ਮੂਵਮੈਂਟ ਤੇ ਯੂਨੀਵਰਸਿਟੀਆਂ ਦਾ ਗਲਾ ਘੁੱਟਣਾ, ਇਹ ਵੀ ਤਾਂ ਇੱਕੋ ਜਗ੍ਹਾ ਜਾ ਕੇ ਇੰਟਰਸੈਕਟ ਕਰ ਰਿਹਾ ਨਾ। ਕੈਂਪਸਿਸ ਦੇ ਵਿੱਚ ਤਾਂ ਸਾਰਾ ਕੁਝ ਹੀ ਉਹ ਵਡਾਂਗਾ ਤੇ ਇਕੱਠੇ ਹੀ ਹੈ। ਯੂ ਆਰ ਅ ਯੰਗ ਸਕਾਲਰ ਦੇਅਰ, ਕਿਸ ਕਿਸਮ ਦੀਆਂ ਤਨਖਾਹਾਂ ਤੇ ਨੌਕਰੀਆਂ ਮਿਲ ਰਹੀਆਂ ਨੇ, ਕਿਸ ਕਿਸਮ ਦੀਆਂ ਲੜਕੀਆਂ ਉੱਥੇ ਪੜ੍ਹਨ ਆ ਰਹੀਆਂ ਨੇ, ਉਹ ਪੜ੍ਹ ਲਿਖ ਕੇ ਉਹ ਕਿਸ ਕਿਸਮ ਦੇ ਸਿਟੀਜ਼ਨ ਬਣ ਰਹੀਆਂ ਨੇ, ਤੇ ਫਿਰ ਅੱਗੋਂ ਯੂਨੀਵਰਸਿਟੀ ਕਿਸ ਕਿਸਮ ਦਾ ਭਵਿੱਖ ਦਿਖਾ ਰਹੀ ਹੈ ਤੇ ਯੂਨੀਵਰਸਿਟੀ ਦਾ ਆਪਣਾ ਭਵਿੱਖ ਕਿੱਥੇ ਪਿਆ। ਦੇਖੋ ਇਹ ਸਾਰਾ ਕੁਝ ਹੀ ਹੈ। ਇੱਕ ਗੱਲ ਮੈਂ ਪਹਿਲਾਂ ਇਹਨਾਂ ਨਾਲ ਐਡ ਕਰਦਾ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਸਾਡੀ ਲੜਾਈ ਕਿੱਥੇ ਤੱਕ ਹੈ। ਮੈਂ ਬਹੁਤ ਛੋਟੀ ਐਗਜ਼ਾਮਪਲ ਦਊਂਗੀ ਕਿ ਇਸ ਸੁਸਾਇਟੀ ਦੇ ਵਿੱਚ, ਭਾਰਤ ਦੇ ਵਿੱਚ ਔਰਤ ਨੂੰ ਵਾਸ਼ਰੂਮ ਜਾਣ ਦੇ ਲਈ ਪੇ ਕਰਨਾ ਪੈਂਦਾ ਜਿਹੜਾ ਮੇਲ ਨੂੰ ਨਹੀਂ ਕਰਨਾ ਪੈਂਦਾ। ਤੁਸੀਂ ਕਿਸੇ ਵੀ ਬੱਸ ਸਟੈਂਡ ਤੇ ਜਾਓ, ਕਿਸੇ ਵੀ ਸਰਕਾਰੀ ਇਸ ਤਰ੍ਹਾਂ ਦੀ ਪਬਲਿਕ ਉਹਦੇ 'ਚ ਜਾਓ, ਔਰਤ ਦੇ ਵਾਸ਼ਰੂਮ ਦੇ ਅੱਗੇ ਇੱਕ ਟੈਕਸ ਲੈਣ ਵਾਲਾ ਕੋਈ ਮੇਲ ਜਾਂ ਫੀਮੇਲ ਬੈਠੀ ਹੁੰਦੀ ਹੈ। ਠੀਕ ਹੈ, ਨਹੀਂ ਸੇਫਰ ਨਹੀਂ ਕਿ ਅਸੀਂ ਤੁਹਾਨੂੰ ਹਾਈਜੀਨ ਰੱਖਣ ਲਈ ਸਫਾਈ ਕਰਦੇ ਹਾਂ। ਠੀਕ ਹੈ, ਇਹ ਸੋਸਾਇਟੀ ਸਾਨੂੰ ਹਜੇ ਇਹ ਨਹੀਂ ਦੇ ਸਕੀ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਲੜਾਈਆਂ ਛੋਟੀਆਂ ਨੇ।
ਅਸੀਂ ਟਿਕਟ ਕਟਾਉਂਦੇ ਆ, ਤੁਸੀਂ ਬੱਸ ਸਟੈਂਡ ਬਣਾਇਓ, ਬੱਸ ਸਟੈਂਡ ਬਣਾਉਣ 'ਚ ਸਾਡੇ ਟੈਕਸ ਦੀ ਬਰਾਬਰ ਸ਼ਮੂਲੀਅਤ ਹੈ, ਅਸੀਂ ਸਾਰੀਆਂ ਥਾਵਾਂ ਤੇ ਤੁਹਾਨੂੰ ਬਰਾਬਰ ਪੇ ਕੀਤਾ ਹੈ, ਤਾਂ ਇੱਥੇ ਹੀ ਡਿਸਕ੍ਰਿਮੀਨੇਸ਼ਨ ਕਿਉਂ? ਹਜ਼ਾਰਾਂ ਐਗਜ਼ਾਮਪਲਸ ਨੇ ਜਿੱਥੇ ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਪਰ ਇਹ ਤਾਂ ਬਹੁਤ ਨੈਚੁਰਲ ਤੇ ਦਿਖਦੀ ਚੀਜ਼ ਹੈ ਜਿਹੜੀ ਤੁਸੀਂ ਕਿਹਾ ਕਿ ਦਿਖਦੀ ਨਹੀਂ। ਉੱਪਰੋਂ ਭਾਸ਼ਾ, ਸੈਕਿੰਡ ਗੱਲ, ਤੁਸੀਂ ਮੈਨੂੰ ਥੋੜਾ ਪ੍ਰਵੋਕ ਕਰਤਾ, ਮੈਂ ਛੇਤੀ ਹੁੰਦੀ ਨਹੀਂ। ਮਤਲਬ ਸਾਡੇ ਤਾਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਕੋਲ ਭਾਸ਼ਾ ਦਾ ਸਾਨੂੰ ਸੈਂਸਰ ਲਾਉਣਾ ਪੈਂਦਾ ਮੂਰੇ ਬੈਠ ਕੇ। ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਦੋਂ ਐਂਟੀ ਵੀਮਨ ਸਟੇਟਮੈਂਟ ਦੇਗੇ। ਪਿੰਡ ਦੇ ਜੋ ਫੇਸਬੁੱਕ ਦੇ ਉੱਤੇ ਹੋ ਰਿਹਾ ਹੈ ਅੱਜ ਕੱਲ ਲੜਾਈ ਹੈ ਕਿ ਕਿਸਾਨ ਅੰਦੋਲਨ ਇਸ ਸਭ ਬਦਲੇਗਾ ਨਾ, ਇਹ ਸਭ ਚਰਚਾਵਾਂ ਆਣਗੀਆਂ। ਕਿੱਥੇ ਬਦਲ ਰਿਹਾ ਹੈ? ਫੇਸਬੁੱਕ ਤੇ ਜਾ ਕੇ ਦੇਖੋ, ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਕਿ ਜਿੱਥੇ ਤੁਹਾਨੂੰ ਕੋਈ ਲੀਡਰ ਨਾਲ ਤੁਹਾਡੀ ਸਹਿਮਤੀ ਹੈ, ਕਿਸੇ ਲੀਡਰ ਨਾਲ ਅਸਹਿਮਤੀ ਹੈ, ਸੰਯੁਕਤ ਮੋਰਚੇ ਨਾਲ ਤੁਹਾਨੂੰ ਦਿੱਕਤਾਂ ਹੋ ਸਕਦੀਆਂ ਨੇ, ਸਰਕਾਰ ਨਾਲ ਦਿੱਕਤਾਂ ਹੋ ਸਕਦੀਆਂ ਨੇ, ਪਰ ਉਹ ਸਾਰੀ ਭਾਸ਼ਾ ਗਾਲਾਂ ਦੇ ਰੂਪ 'ਚ ਬਾਹਰ ਨਿਕਲ ਰਹੀ ਹੈ ਤੇ ਉਸ ਭਾਸ਼ਾ ਦਾ 99% ਜਿਹੜਾ ਹੈਗਾ ਉਹ ਐਂਟੀ ਵਿਮਨ ਐਲੀਮੈਂਟ ਹੈ। ਇਹਦੇ ਤੇ ਗੱਲ ਕੌਣ ਕਰੂਗਾ ਤੇ ਕਦ ਗੱਲ ਕਰੂਗਾ? ਕਿ ਇਹ ਸਾਰਾ ਭਾਰ ਔਰਤ ਨੇ ਲੈਣਾ ਕਿ ਉਹਨੇ ਤੁਹਾਡੇ ਨਾਲ ਵੀ ਲੜਨਾ, ਜ਼ਮੀਨਾਂ ਦੀ ਲੜਾਈ ਵੀ ਕਰਨੀ ਹੈ, ਸਮਾਜ ਬਿਹਤਰ ਬਣਾਉਣ ਦੀ ਲੜਾਈ ਵੀ ਲੜਨੀ ਹੈ, ਤੇ ਤੁਹਾਨੂੰ ਇਹ ਵੀ ਬਾਰ-ਬਾਰ ਦੱਸਦੇ ਰਹਿਣਾ ਇਹ ਨਹੀਂ ਸਾਨੂੰ ਪਤਾ ਕਿ ਅਸੀਂ ਕਿਹਦੀ ਗਾਲ ਕੱਢ ਰਹੇ ਹਾਂ ਤੇ ਉਹ ਕਿਹਨੂੰ ਲੱਗ ਰਹੀ ਹੈ। ਹਜੇ ਤੱਕ ਇਹ ਨਹੀਂ ਪਤਾ। ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ, ਮੈਂ ਆਪਣੀ ਗੱਲ ਬਹੁਤ ਛੋਟੀ ਉਹਦੇ 'ਚ ਕਰੂੰਗੀ ਕਿ ਉਸੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖੋ, ਮਤਲਬ ਧੜੱਲੇਦਾਰ ਸਾਡੇ ਕੋਲ ਲੀਡਰ ਕੁੜੀਆਂ ਹੈਗੀਆਂ ਨੇ, ਉਹਨਾਂ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੇ ਇੱਕ ਲੜਾਈ ਲੜੀ ਹੈ ਤੇ ਇੱਕ ਵੱਡੀ ਲੜਾਈ ਇੰਨੀ ਬੈਕਵਰਡ ਏਰੀਆ ਦੇ ਵਿੱਚ ਤੇ ਬਹੁਤ ਹੀ ਪਿਛੜੇ ਇਲਾਕੇ ਦੇ ਵਿੱਚ ਕੁੜੀਆਂ ਨੇ ਜਿੱਤੀ ਹੈ। ਤੇ ਇਹਦੇ ਬਾਵਜੂਦ ਯੂਨੀਵਰਸਿਟੀ ਦੇ ਵਿੱਚ ਸਫੀਅਰ ਹੈ ਕਿ ਕੁੜੀਆਂ ਕੀ ਬੋਲਣਗੀਆਂ, ਕਿਵੇਂ ਬੋਲਣਗੀਆਂ, ਕਿੱਥੇ ਬੋਲਣਗੀਆਂ ਤੇ ਕੀ ਬੋਲਣਗੀਆਂ, ਇਹ ਡਿਸਾਈਡ ਹੁੰਦਾ ਹੈ। ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿੱਚ ਲਈ ਜਾਂਦੀ ਹੈ ਤੇ ਬੋਲਣ ਦੀਆਂ ਥਾਵਾਂ ਖੋਲੀਆਂ ਜਾਂਦੀਆਂ ਨੇ। ਇਹ ਜਿਹੜੀਆਂ ਲਿੰਕੇजेस ਨੇ ਨਾ, ਯੂਨੀਵਰਸਿਟੀਆਂ ਦਾ ਗਲਾ ਘੋਟਣਾ, ਇਸ ਤਰੀਕੇ ਦੇ ਨਾਲ ਐਜੂਕੇਸ਼ਨ ਤੇ ਹੈਲਥ ਦੇ ਵਿੱਚੋਂ ਸਰਕਾਰਾਂ ਦਾ ਭੱਜਣਾ, ਗਲੋਬਲ ਕੈਪੀਟਲ ਦਾ ਇਸ ਤਰ੍ਹਾਂ ਨਾਲ ਆਣਾ, ਤੇ ਇਹ 3 ਖੇਤੀ ਬਿੱਲ ਆਣੇ ਤੇ ਇਹਨਾਂ ਦੇ ਅਗੇਂਸਟ ਜਿਹੜਾ ਅੰਦੋਲਨ ਵਿੱਢਿਆ ਹੋਇਆ ਤੇ ਉਹਦੇ ਵਿੱਚ ਜਿਹੜਾ ਵਿਮਨ ਦਾ ਇੱਕ ਅੰਦੋਲਨ ਨਾਲੋਂ ਨਾਲ ਵੀ ਤੇ ਅੰਦਰੋਂ ਅੰਦਰੀ ਵੀ ਜਿਹੜਾ ਚੱਲ ਰਿਹਾ, ਇਹ ਸਾਰੇ ਜੁੜੇ ਹੋਏ ਮਸਲੇ ਨੇ। ਤੁਸੀਂ ਗੱਲ ਕੀਤੀ ਸੀ, ਮੇਰੇ ਕੋਲ ਸਮਾਂ ਬਿਲਕੁਲ ਹੀ ਘੱਟ ਰਹਿ ਗਿਆ, ਤੁਸੀਂ ਗੱਲ ਕੀਤੀ ਸੀਗੀ ਕਿ ਸਾਡੀ ਵੂਮਨ ਤਾਂ ਹਰ ਰੋਜ਼ ਅੰਦੋਲਨ ਵਿੱਚ ਹੈ, ਜੇ ਤੁਸੀਂ ਉਸ ਅੰਦੋਲਨ ਦੇ ਮਾਇਨੇ ਸਮਝਣੇ ਨੇ। ਕਿਸਾਨ ਅੰਦੋਲਨ ਦੇ ਵਿੱਚ ਮੈਂ ਵਿਮਨ ਨੂੰ ਦੇਖਿਆ, ਇੱਕ ਗਰੁੱਪ ਉੱਥੇ ਤੇ ਟਾਈਮ ਮੈਗਜ਼ੀਨ ਨੇ ਖਾਸ ਤੌਰ ਤੇ ਉਹਦਾ ਜ਼ਿਕਰ ਕੀਤਾ ਕਿ ਉਹ ਮੈਂਸਟਰੂਏਸ਼ਨ ਬਾਰੇ ਗੱਲ ਕਰ ਰਹੇ ਨੇ। ਉਹ ਸੈਨੀਟਰੀ ਨੈਪਕਿਨ ਲੈ ਕੇ ਉੱਥੇ ਬੈਠੀ ਹੈ ਕਿਉਂਕਿ ਉਹ ਇਸ ਗੱਲਬਾਤ ਨੂੰ ਆਵਾਮ ਦੇ ਵਿੱਚ ਐਕਸੈਪਟੇਬਲ ਬਣਾਉਣਾ ਚਾਹ ਰਹੀ ਹੈ ਕਿ ਇਹ ਨਾਰਮਲ ਹੈ ਤੇ ਇਹਦੀ ਅਸੀਂ ਗੱਲ ਕਰ ਸਕਦੇ ਹਾਂ। ਤੇ ਕੱਲ ਨੂੰ ਜਿਵੇਂ ਆਪ ਕਹਿ ਰਹੇ ਨੇ ਕਿ ਖਲਲ ਪਏਗਾ, ਤਾਂ ਕੱਲ ਨੂੰ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਸਾਡੇ ਬੈਡਰੂਮਾਂ ਵਿੱਚ ਹੋਣ ਵਾਲੇ ਅੰਦੋਲਨ ਦੀ, ਤਾਂ ਫਿਰ ਮੈਰੀਟਲ ਰੇਪ ਦੇ ਉੱਤੇ ਲਾ ਬਣੇ, ਇਹਦੇ ਲਈ ਵੀ ਕੋਈ ਬੈਰੀਕੇਡਾਂ ਪੁੱਟ ਕੇ ਕਿਸੇ ਬਾਰਡਰ ਤੇ ਜਾ ਬੈਠੇਗਾ ਕਿ ਕਦੋਂ ਬਣਨਗੇ ਤੇ ਇਹ ਸਾਡੇ ਲਈ ਮਸਲੇ ਕਦੋਂ ਖਤਮ ਹੋਣਗੇ। ਐਸਪੀ ਜੀ ਮੈਂ ਫੇਰ ਕਹਾਂਗੀ, ਉਹ ਬਾਰਡਰ ਤੇ ਜਾ ਬੈਠਣ ਨਾਲ ਹੀ ਅੰਦੋਲਨ ਨਹੀਂ। ਪਿਛਲੀ ਰਾਤ ਕਿਸੇ ਕੁੜੀ ਨੇ ਪਿਛਲੀ ਰਾਤ ਕਿਸੇ ਕੁੜੀ ਨੇ ਆਪਣੇ ਪਿਓ ਦੇ ਰੱਖੀ ਹੋਈ ਪੱਗ ਜਿਹੜਾ ਉਹਦੇ ਪੈਰਾਂ 'ਚ ਰੱਖਦਾ ਹੈ, ਉਹਨੂੰ ਪਿੱਛੇ ਕਰਕੇ ਕਿਹਾ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ। ਉਹਦੀ ਕੰਨੋਂ ਕੰਨ ਪੂਰੇ ਸ਼ਹਿਰ ਨੂੰ ਖਬਰ ਨਹੀਂ ਹੋਈ, ਨਾ ਕਦੇ ਸ਼ਾਇਦ ਹੋ ਸਕਦੀ ਹੈ। ਸੋ ਤੇ ਕਿਸੇ ਔਰਤ ਨੇ ਕਿਹਾ ਹੁਣ ਮੈਂ ਤੇਰੇ ਨਾਲ ਮੇਰਾ ਕੁਝ ਰਿਹਾ ਨਹੀਂ ਹੈ, ਮੈਂ ਜਾਨੀ ਹਾਂ ਛੱਡ ਕੇ, ਤੇ ਉਹ ਆਪਣਾ ਝੋਲਾ ਚੁੰਨੀ ਚੱਕ ਕੇ ਤੁਰ ਪਈ। ਸੋ ਇਹ ਜਿਹੜੀਆਂ ਸਾਡੀਆਂ ਇਹ ਹੋ ਰਿਹਾ ਹੁੰਦਾ ਹੈ, ਇਹ ਲਗਾਤਾਰ ਹੋ ਰਿਹਾ ਹੁੰਦਾ ਹੈ। ਤੇ ਨਾਲ ਦੇ ਜਿਹੜੇ ਤੁਹਾਡੇ ਪੜੋਸ ਦੇ ਕਮਿਸਟ ਹੈ, ਉੱਥੇ ਜਦੋਂ ਕੁੜੀ ਅੱਖ ਚ ਅੱਖ ਮਿਲਾ ਕੇ ਕਹਿ ਰਹੀ ਹੁੰਦੀ ਹੈ ਮੈਨੂੰ ਸ਼ਰਮ ਨਹੀਂ ਆ ਰਹੀ ਹੈ ਸੈਨੀਟਰੀ ਪੈਡ ਮੰਗਦਿਆਂ ਹੋਇਆ, ਮੈਨੂੰ ਏਦਾਂ ਲੱਗਦਾ ਕਿ ਇਹ ਜਿਹੜਾ ਇਹਦੇ ਲਈ ਸ਼ਾਇਦ ਤੁਹਾਨੂੰ ਤੁਹਾਡੇ ਲਈ ਇਹ ਖਬਰ ਹੋਏ ਕਿ ਉਹ ਉੱਥੇ ਸੈਨੀਟਰੀ ਨੈਪਕਿਨਸ ਲਈ ਲਾ ਕੇ ਬੈਠੀ ਹੈ ਸਟਾਲ, ਮੇਰੇ ਲਈ ਖਬਰ ਨਹੀਂ ਹੈ ਐਸਪੀ ਜੀ, ਮੇਰੇ ਲਈ ਖਬਰ ਨਹੀਂ ਹੈ। ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ ਪਿਛਲੇ ਮਹੀਨੇ ਮੈਂ ਆਪਣੇ ਦਰਸ਼ਕ ਦੇਖ ਰਹੇ ਨੇ ਕਿ ਐਂਕਰ ਦੀ ਅੰਦਰਲੀ ਪੈਟਰੀਆਰਕੀ ਕਿੰਨਾ ਬਾਹਰ ਆਉਂਦੀ ਹੈ, ਇਹ ਖਬਰ ਛਪਦੀ ਹੈ, ਮੈਂ ਤੁਹਾਨੂੰ ਦੱਸਦੀ ਹਾਂ ਤੇ ਇਹਦੀ ਸੁਰਖੀ ਛਪਦੀ ਹੈ, ਬਿਲਕੁਲ ਛਪਦੀ ਹੈ। ਹਾਂ, ਤੇ ਇਹਦੀ ਸੁਰਖੀ ਨਹੀਂ ਛਪਦੀ ਜਦੋਂ ਮੇਰੇ ਵਰਗੀ ਕੋਈ ਔਰਤ ਜਾ ਕੇ ਉਹਨੂੰ ਕਹੇ ਕਿ ਭਾਈ ਇਹਦੇ 'ਚ ਮੈਨੂੰ ਸ਼ਰਮ ਨਹੀਂ ਆ ਰਹੀ ਹੈ ਤੇ ਤੂੰ ਮੰਗਦੇ ਹੋਏ ਸੈਨੀਟਰੀ ਪੈਡ, ਤੇ ਹੁਣ ਮੈਂ ਇਸ ਉਮਰ 'ਚ ਆ ਕੇ ਯੂਨੀਵਰਸਿਟੀ 'ਚ ਹੋ ਕੇ ਜੇ ਤੇ ਮੈਨੂੰ ਸ਼ਰਮ ਆਏਗੀ, ਲਾਹਨਤ ਹੈ ਮੇਰੇ ਤੇ ਵੀ। ਸਾਰੇ ਇਹ ਸੁਰਖੀਆਂ ਨਹੀਂ ਬਣਦੀਆਂ, ਇਸ ਤੋਂ ਅੱਗੇ ਨਹੀਂ ਬਣਦੀਆਂ ਕਿ ਉਹ ਲੜਨਗੀਆਂ। ਉਹ ਸੈਨੀਟਰੀ ਪੈਡ ਦੇ ਉੱਤੇ ਜਿਹੜੇ ਮਤਲਬ ਹੁਣ GST ਤੱਕ ਲਾ ਦਿੱਤਾ ਗਿਆ ਹੈ, ਠੀਕ ਹੈ, ਉਹ ਇਹਦੇ ਲਈ ਲੜਨਗੀਆਂ, ਬਿਲਕੁਲ ਲੜਨਗੀਆਂ, ਲਾਮਬੰਦੀ ਹੋਏਗੀ। ਪਰ ਇਹ ਮੋਰਚਾ ਅਸੀਂ ਰੋਜ਼ ਲਾਉਂਦੇ ਆ, ਇਹ ਸਾਡੇ ਲੜਦੇ ਨੇ। ਮੈਨੂੰ ਲੱਗਦਾ ਮੈਂ ਨਾ ਹੋਰ ਕੁਝ ਨਾ ਹੀ ਕਵਾਂ ਕਿ ਇਹ ਦਰਸ਼ਕਾਂ ਨੂੰ ਸਿਰਫ ਇੰਨੀ ਗੁਜ਼ਾਰਿਸ਼ ਹੈ ਕਿ ਜਿਸ ਵੇਲੇ ਇਸ ਕਿਸਮ ਦੇ ਡਿਬੇਟ ਦੇਖਣ ਨਾ, ਤੇ ਇੱਕ ਮੀਟਰ ਐਂਕਰ ਬਾਰੇ ਵੀ ਲੱਗਾ ਹੋਣਾ ਚਾਹੀਦਾ ਕਿ ਭਾਈ ਇਹਦੇ ਅੰਦਰ ਕਿੰਨੀ ਕੋਈ ਔਰਤ ਹੈ ਕਿ ਇਹ ਇਕੱਲਾ ਮਰਦਾਗਰਦੀ ਦਾ ਹੀ ਸ਼ਿਕਾਰ ਹੈ। ਡਿਬੇਟ ਹੀ ਕੇਵਲ ਪੈਟਰੀਆਰਕੀ ਬਾਰੇ ਹੋ ਰਿਹਾ ਹੈ
ਤੇ ਅੰਦਰਲੀ ਪੈਟਰੀਆਰਕੀ ਉਹਨਾਂ ਸ਼ਬਦਾਂ ਦੇ ਵਿੱਚੋਂ ਤੇ ਉਹਨਾਂ ਫਾਰਮੂਲੇਸ਼ਨਸ ਦੇ ਵਿੱਚੋਂ ਡੁੱਲ ਪੈਂਦੀ ਹੈ ਜਿਹੜੀਆਂ ਸਾਨੂੰ ਬੜੀਆਂ ਹੀ ਇਨੋਸੈਂਟ ਨਾਰਮਲ ਤੇ ਡਿਬੇਟ ਕਰਨ ਯੋਗ ਭਾਸਦੀਆਂ ਨੇ। ਆਈ ਐਮ ਔਨ ਅ ਵੈਰੀ ਸਲਿਪਰੀ ਗਰਾਊਂਡ, ਇਸ ਲਈ ਇੱਥੇ ਹੀ ਡਿਬੇਟ ਰੋਕ ਰਿਹਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰੱਖਾ। ਮੇਰਾ ਖਿਆਲ ਹੈ ਉਹ ਵੀ ਔਰਤ ਹੋ ਸਕਦਾ, ਹੁਣ ਕਹਿ ਵੀ ਦੇਣਾ ਚਾਹੀਦਾ।